ਸ੍ਰੀ ਵਾਹਿਗੁਰੂ ਜੀ। ਪ੍ਰਭ ਦਾਤੂ ਦਾਤਾਰ, ਪਰਿਉ ਜਾਚਕ ਇਕ ਸਰਨਹੁ, ਮਿਲੈ ਦਾਨ ਸੰਤੋਰੇਨ, ਜਿਹ ਲਗ ਭਉ ਜਲ ਤਰਨਾ। ਬਿਨਤ ਕਰੂੰ ਅਰਦਾਸ ਸੁਣੋ, ਜੇ ਠਾਕੁਰ ਭਾਵੈ। ਦੇਵ ਦਰਸ਼ ਮਨ ਚਾਉ, ਭਗਤ ਏ ਮਨ ਠਹਿਰਾਵੇ। ਬਲਿਉ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਵਾਹਿਗੁਰੂ ਜੀ। ਮਾਰੂ ਮਹੱਲਾ ਤੀਜਾ। ਸੋਚਾਏ ਤੇਜ ਸੇ ਆਪ ਚਿਤਾਏ, ਗੁਰ ਕੈ ਸ਼ਬਦ ਵਸੈ ਮਨ ਆਏ। ਸੋਚਾਏ ਤੇ ਜਿਸ ਆਪ ਚਿਤਾਏ, ਗੁਰ ਕੈ ਸ਼ਬਦ ਵਸੈ ਮਨ ਆਏ। ਆਪੇ ਵੇਖੇ ਆਪੇ ਬੂਝੈ, ਆਪੇ ਆਪ ਸਮਾਏਂਦਾ। ਜਿਨ ਮਨ ਵਿੱਚ ਵਤ ਪਾਈ, ਸੋਈ ਜਾਣੈ। ਗੁਰ ਕੈ ਸ਼ਬਦ ਆਪ ਪਛਾਣੈ। ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਨਾਏਂਦਾ। ਏਕ ਕਾਇਆ ਪਵਿੱਤ ਹੈ ਸਰੀਰ, ਗੁਰ ਸ਼ਬਦੀ ਚੇਤੈ ਗੁਣੀ ਗਹੀ। ਅਨ ਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕਹਿ ਗੁਣੀ ਸਮਾਏਂਦਾ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਭਰਮ ਭੁਲਾਇਆ। ਹਰ ਨ ਚੇਤਾਏ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏਂਦਾ। ਜੇ ਸਤਿਗੁਰ ਸੇਵੈ ਸੋ ਪਰਮਾਨ, ਕਾਇਆ ਹੰਸ ਨਿਰਮਲ ਦਰ ਸੱਚੇ ਜਾਨ। ਹਰ ਸੇਵੈ ਹਰ ਮਨ ਵਸਾਏ, ਸੋ ਹੈ ਹਰ ਗੁਣ ਗਾਏਂਦਾ। ਬਿਨ ਭਾਗਾ ਗੁਰ ਸੇਵਿਆ ਨ ਜਾਏ, ਮਨ ਮੁਖ ਭੂਲੇ ਮੋਏ ਮਿਲ ਲਾਏ। ਜਿਨ ਕਉ ਨਦਰ ਹੋਵੇ ਗੁਰ ਕੇਰੇ, ਹਰ ਜੀਉ ਆਪ ਮਲਾਏਂਦਾ। ਕਾਇਆ ਕੋਟ ਪੱਕੇ ਹਟ ਨਾਲੇ,
ਗੁਰਮੁਖ ਲੇਵੇ ਵਸਤ ਸੰਭਾਲੇ, ਹਰ ਕਾ ਨਾਮ ਧਿਆਏ ਦਿਨ ਰਾਤੀ, ਊਤਮ ਪਦਮੀ ਪਾਏਂਦਾ। ਆਪੇ ਸੱਚਾ ਹੈ ਸੁਖ ਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਨਾਨਕ ਨਾਮ ਸੁਲਾਏ ਸਾਚਾ, ਪੂਰੇ ਭਾਗ ਕੋ ਪਾਏਂਦਾ। ਆਪੇ ਸੱਚਾ ਹੈ ਸੁਖ ਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਨਾਨਕ ਨਾਮ ਸੁਲਾਏ ਸਾਚਾ, ਪੂਰੇ ਭਾਗ ਕੋ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਵੜ ਭਾਗੇ ਹੋ ਜੋ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੇ ਕੀਰਤਨੀਆਂ ਪਾਸੋਂ ਰਬੀ ਬਾਣੀ ਅਲਾਹੀ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਲਾਹਾ ਪ੍ਰਾਪਤ ਕੀਤਾ ਹੈ। ਪਾਵਨ ਸ਼ਬਦ ਜਿਸ ਤੇ 8 ਪਦਿਆਂ ਦਾ ਮੂਲ ਪਾਠ ਆਪ ਜੀ ਨੇ ਸਰਵਣ ਕਰਨਾ ਕੀਤਾ ਹੈ। 8 ਪਦਿਆਂ ਦੀ ਵਿਚਾਰ ਕੱਲ ਹੋ ਚੁੱਕੀ ਹੈ। ਇਸ ਪਾਵਨ ਸ਼ਬਦ ਦੇ 16 ਪਦੇ ਹਨ। ਆਪ ਜੀ ਨੂੰ ਵਿਚਾਰ ਸਰਵਣ ਕਰਵਾ ਰਹੇ ਹਨ ਗਿਆਨੀ ਓਂਕਾਰ ਸਿੰਘ ਜੀ ਦਮਦਮੀ ਟਕਸਾਲ ਵਾਲੇ। ਮੁੱਖ ਕਥਾਵਾਚਕ ਬਾਬਾ ਵਿਸਾਖਾ ਸਿੰਘ ਜੀ ਕਿਸ਼ਨਪੁਰਾ ਵਾਲੇ ਅਸਥਾਨ ਤੋਂ। ਆਓ ਉਹਨਾਂ ਕੋਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਗਿਆਨੀ ਜੀ ਕੋਲੋਂ ਗੁਰਮਤਿ ਵਿਚਾਰਾਂ ਗੁਰ ਸ਼ਬਦ ਵਿਚਾਰ ਸਰਵਣ ਕਰ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਮੂਕ ਊਚ ਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ
ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੁ ਸੁਨੈ, ਜੋ ਕਾਲ ਕਿਰਪਾ ਕਰਾਏ। ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ। ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ। ਆਪੇ ਵੇਖੈ ਆਪੇ ਬੂਝੈ, ਆਪੈ ਆਪ ਸਮਾਏ ਦਾ। ਸੋ ਚੇਤੇ ਜਿਸ ਆਪ ਚੇਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਆਲਮ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ, ਧੰਨ ਧੰਨ ਆਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਬਾਲਾ ਪ੍ਰੀਤਮ ਧੰਨ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਗੁਰੂ ਸ਼ਬਦ ਦੀਆਂ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰਦਿਆਂ ਹੋਇਆ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਸ਼੍ਰੀ ਆਸਾ ਜੀ ਕੀ ਵਾਰ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ। ਉਪਰੰਤ ਜੋ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਹੈ। ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਸਤਿਗੁਰਾਂ ਦੀ ਸਨਮੁਖ ਸੰਗਤ ਰੂਪ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਸੇਵਾ ਦੀ ਮੂਰਤ, ਨਿਮਰਤਾ ਦੇ ਪੁੰਜ, ਤੀਸਰੇ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸ਼੍ਰੀ ਮੁਖ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸ ਦੇ 8 ਬੰਦ ਆਪਾਂ ਕੱਲ ਦੀ ਵਿਚਾਰ ਵਿੱਚ ਸਰਵਣ ਕੀਤੇ ਨੇ। ਸ਼ਬਦ ਦੇ ਅਗਲੇ 8 ਬੰਦਾਂ ਦੀ ਵਿਚਾਰ ਸਰਵਣ ਕਰਨ ਲਈ ਸੰਗਤ ਰੂਪ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਆਓ ਮਨ ਚਿੱਤ ਬ੍ਰਿਤੀਆਂ ਦੀ ਇਕਾਗਰਤਾ ਨਾਲ ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਰਮ ਕਲਿਆਣਕਾਰੀ ਸ਼ਬਦ ਗਿਆਨਾਤਮਕ ਸਿੱਖਿਆ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਸੋ ਚੇਤੇ ਜਿਸ ਆਪ ਚੇਤਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੋ ਚੇਤੇ
ਚੇਤ ਨਾਮ ਹੈ ਚੇਤੇ ਕਰਨਾ, ਯਾਦ ਕਰਨਾ, ਆਰਾਧਨ ਕਰਨਾ, ਸਿਮਰਨ ਕਰਨਾ। ਮਹਾਰਾਜ ਕਹਿੰਦੇ ਭਾਈ ਅਸਲ ਵਿੱਚ ਉਹ ਵਿਅਕਤੀ ਹੀ ਉਸ ਵਾਹਿਗੁਰੂ ਨੂੰ ਚੇਤੇ ਕਰਦਾ ਹੈ ਜਿਸ ਆਪ ਚੇਤਾਏ, ਜਿਸ ਨੂੰ ਉਹ ਆਪ ਹੀ ਚੇਤੇ ਕਰਾਉਂਦਾ ਹੈ। ਕਿਉਂਕਿ ਉਸ ਵਾਹਿਗੁਰੂ ਨੂੰ ਚੇਤੇ ਕਰਨਾ, ਰੱਬ ਦਾ ਸਿਮਰਨ ਕਰਨਾ, ਅਸਲ ਵਿੱਚ ਇਹ ਵੀ ਸਾਧ ਸੰਗਤ ਜੀ ਇਸ ਜੀਵ ਦੇ ਵੱਸ ਨਹੀਂ ਹੈ। ਸਤਿਗੁਰਾਂ ਦੇ ਬਚਨ ਨੇ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰਿ ਗੁਣ ਗਾਓ। ਇਸ ਤਰ੍ਹਾਂ ਹਜ਼ੂਰ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਸੋ ਚੇਤੇ ਜਿਸ ਆਪ ਚੇਤਾਏ, ਉਹੀ ਚੇਤੇ ਕਰਦਾ ਹੈ, ਉਹੀ ਸਿਮਰਨ ਕਰਦਾ ਹੈ ਜਿਸ ਨੂੰ ਉਹ ਵਾਹਿਗੁਰੂ ਆਪ ਹੀ ਇਹ ਬਖਸ਼ਿਸ਼ ਦਿੰਦਾ ਹੈ। ਗੁਰ ਕੈ ਸ਼ਬਦ ਵਸੈ ਮਨ ਆਏ। ਇਸ ਤਰ੍ਹਾਂ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਜਦੋਂ ਕੋਈ ਵੀ ਜਗਿਆਸੂ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਚੇਤੇ ਤਾਂ ਸਾਰੀ ਦੁਨੀਆ ਕਰਦੀ ਹੈ ਆਪੋ ਆਪਣੇ ਤਰੀਕਿਆਂ ਨਾਲ, ਪਰ ਇੱਥੇ ਇੱਕ ਸ਼ਰਤ ਹੈ। ਮਹਾਰਾਜ ਕਹਿੰਦੇ ਗੁਰ ਸ਼ਬਦ, ਸ਼ਬਦ ਦੁਆਰਾ, ਕਿਉਂਕਿ ਸ਼ਬਦ ਦੀ ਮਹਾਨਤਾ ਹੈ ਗੁਰੂ ਘਰ ਦੇ ਅੰਦਰ। ਇਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਆਪਣਾ ਅਨੁਭਵ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਪਤਾ ਚੱਲਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਬਾਣੀ ਦੇ ਸ਼ਬਦ ਨੂੰ ਸੁਣ ਕੇ, ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੂੰ ਸੁਣ ਕੇ ਹੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਪਹੁੰਚੇ ਸਨ। ਤੇ ਸਭ ਤੋਂ ਪਹਿਲੀ ਵਾਰ ਸ਼੍ਰੀ ਅਮਰਦਾਸ ਪਾਤਸ਼ਾਹ ਜੀਆਂ ਨੇ ਜੋ ਸ਼ਬਦ ਸੁਣਿਆ ਸੀ, ਮਾਰੂ ਰਾਗ ਅੰਦਰ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੀ। ਇਹ ਸ਼ਬਦ ਸੁਣਿਆ ਸੀ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਪਹੁੰਚ ਗਏ। ਸ਼ਬਦ ਦੀ ਐਸੀ ਕਲਾ ਵਰਤੀ ਹੈ, ਸ਼ਬਦ ਦੀ ਐਸੀ ਖਿੱਚ ਪਈ ਹੈ। ਇਸ ਲਈ ਮਹਾਰਾਜ ਕਹਿੰਦੇ ਜੋ ਉਸ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਤੇ ਚੇਤੇ ਕਰਦਾ ਕਿਵੇਂ ਹੈ? ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੁਆਰਾ, ਸ਼ਬਦ ਦੇ ਗਿਆਨ ਦੁਆਰਾ ਜੋ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਵਸੈ ਮਨ ਆਏ, ਉਸ ਦੇ ਮਨ ਵਿੱਚ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ। ਆਪੇ ਵੇਖੈ ਆਪੇ ਬੂਝੈ, ਆਪੇ ਆਪ ਸਮਾਏ ਦਾ। ਕਹਿੰਦੇ ਫਿਰ ਉਸ ਜਗਿਆਸੂ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਵਾਹਿਗੁਰੂ ਆਪ ਹੀ ਦੇਖ ਰਿਹਾ ਹੈ, ਆਪ ਹੀ ਸਭ ਕੁਝ ਜਾਣਦਾ ਹੈ, ਬੁੱਝਦਾ ਹੈ, ਔਰ ਅਖੀਰ ਆਪੇ ਆਪ ਸਮਾਏ ਦਾ। ਉਹ ਵਾਹਿਗੁਰੂ ਆਪਣੇ ਵਿੱਚ ਆਪ ਹੀ ਆਪਣੀ ਜਗਿਆਸੂ ਨੂੰ ਲੀਨ ਕਰ ਲੈਂਦਾ ਹੈ, ਸਮਾ ਲੈਂਦਾ ਹੈ। ਜਿਨ ਮਨ ਵਿੱਚ ਵਥ ਪਾਈ ਸੋਈ ਜਾਣੈ। ਹਜ਼ੂਰ ਫਰਮਾਉਂਦੇ ਨੇ ਜਿਸ ਨੇ ਮਨ ਵਿੱਚ ਵਥ ਪਾਈ ਹੈ, ਵਥ ਨਾਮ ਹੈ ਸਾਧ ਸੰਗਤ ਜੀ ਵਸਤੂ ਦਾ। ਕਹਿੰਦੇ ਮਨ ਦੇ ਵਿੱਚ ਉਸ ਵਾਹਿਗੁਰੂ ਨੇ ਇੱਕ ਵਸਤੂ ਪਾਈ ਹੈ। ਉਹ ਵਸਤੂ ਕੀ ਹੈ? ਵਿਦਵਾਨ ਮਹਾਂਪੁਰਖਾਂ ਨੇ ਦੱਸਿਆ, ਕਹਿੰਦੇ ਉਸ ਵਸਤੂ ਦਾ ਨਾਮ ਹੈ ਚੇਤਨਾ। ਇਸ ਮਨ ਦੇ ਵਿੱਚ ਚੇਤਨਾ ਉਸ ਵਾਹਿਗੁਰੂ ਨੇ ਪਾਈ ਹੈ, ਕਿਉਂਕਿ ਮਨ ਅਸਲ ਵਿੱਚ ਜੜ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੈ ਜੜ, ਇੱਕ ਹੈ ਚੇਤਨ, ਜਿਸ ਨੂੰ ਸਾਇੰਸ ਵਾਲੇ ਕਹਿੰਦੇ ਨੇ ਨਿਰਜੀਵ ਵਸਤੂਆਂ ਤੇ ਸਜੀਵ ਵਸਤੂਆਂ। ਜਿਹੜੀ ਨਿਰਜੀਵ ਹੈ ਉਸ ਨੂੰ ਕਹਿੰਦੇ ਨੇ ਜੜ, ਜਿਹੜੀ ਸਜੀਵ ਹੈ ਉਸ ਨੂੰ ਕਹਿੰਦੇ ਨੇ ਚੇਤਨ। ਤਾਂ ਕਹਿੰਦੇ ਅਸਲ ਵਿੱਚ ਇਹ ਮਨ ਜਿਹੜਾ ਹੈ ਇਹ ਜੜ ਹੈ, ਤੇ ਜਿਹੜੀ ਜੜ ਵਸਤੂ ਹੁੰਦੀ ਆਪਣੇ ਆਪ ਕੁਝ ਕਰ ਨਹੀਂ ਸਕਦੀ, ਉਹ ਜੜ ਹੈ, ਨਿਰਜੀਵ ਹੈ, ਨਿਰਜਿੰਦ ਹੈ। ਤਾਂ ਕਹਿੰਦੇ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਇਸ ਮਨ ਵਿੱਚ ਵੱਥ ਪਾਈ ਹੈ, ਆਪਣੀ ਚੇਤਨਾ ਪਾਈ ਹੈ, ਆਪਣੀ ਚੇਤਨ ਸੱਤਾ ਪਾਈ, ਜਿਸ ਕਰਕੇ ਮਨ ਚੇਤਨ ਹੋ ਗਿਆ। ਪਰਮਾਤਮਾ ਦੀ ਚੇਤਨ ਸੱਤਾ ਸਦਕਾ ਹੀ ਇਸ ਮਨ ਅੰਦਰ
ਅਨੇਕ ਤਰ੍ਹਾਂ ਦੇ ਫੁਰਨੇ ਪੈਦਾ ਹੁੰਦੇ ਨੇ, ਕਈ ਤਰ੍ਹਾਂ ਦੇ ਖਿਆਲ ਪੈਦਾ ਹੁੰਦੇ ਨੇ, ਕਈ ਤਰ੍ਹਾਂ ਦੇ ਸੰਕਲਪ, ਕਈ ਤਰ੍ਹਾਂ ਦੇ ਵਿਕਲਪ। ਇਹ ਵਾਹਿਗੁਰੂ ਦੀ ਚੇਤਨਾ ਕਰਕੇ ਹੈ। ਔਰ ਨਾਮ ਬਾਣੀ ਦੇ ਅਭਿਆਸੀ ਮਹਾਂਪੁਰਖ ਵਿਦਵਾਨਾਂ ਨੇ ਮਨ ਵਿੱਚ ਇੱਕ ਹੋਰ ਵਸਤੂ ਦਾ ਵੀ ਜ਼ਿਕਰ ਕੀਤਾ ਹੈ। ਜਿਨ ਮਨ ਵਿੱਚ ਵੱਥ ਪਾਈ, ਕਹਿੰਦੇ ਇੱਕ ਹੋਰ ਵਸਤੂ, ਉਹ ਵਸਤੂ ਹੈ ਕਹਿੰਦੀ ਸ਼ਰਧਾ। ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਆਪਣੇ ਜਗਿਆਸੂ ਦੇ ਮਨ ਅੰਦਰ ਸ਼ਰਧਾ ਪਾ ਦਿੱਤੀ ਹੈ, ਕਿਉਂਕਿ ਸ਼ਰਧਾ ਤੋਂ ਬਿਨਾਂ ਵੀ ਪ੍ਰਾਪਤੀ ਨਹੀਂ ਹੈ। ਮਹਾਂਪੁਰਖਾਂ ਦੇ ਬਚਨ ਨੇ, ਸ਼ਰਧਾ ਬਿਨਾ ਨਾ ਲਭੰਤੇ ਗਿਆਨਮ ਤਤਪਰੇਣ ਸਹਿਤੇਂਦਰੀਆ। ਸ਼ਰਧਾ ਤੋਂ ਬਿਨਾ, ਭਾਵਨਾ ਤੋਂ ਬਿਨਾ ਕਹਿੰਦੀ ਪ੍ਰਾਪਤੀ ਨਹੀਂ ਹੈ। ਸ਼ਰਧਾ ਜ਼ਰੂਰੀ ਹੈ। ਔਰ ਇਹ ਸ਼ਰਧਾ ਰੂਪੀ ਵਸਤੂ ਵੀ ਵਾਹਿਗੁਰੂ ਨੇ ਆਪ ਹੀ ਜਗਿਆਸੂ ਦੇ ਮਨ ਵਿੱਚ ਪਾਈ ਹੈ। ਇਸ ਲਈ ਹਜ਼ੂਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ। ਉਹ ਮਾਲਕ ਵਾਹਿਗੁਰੂ ਆਪ ਹੀ ਜਾਣਦਾ ਹੈ। ਗੁਰ ਕੈ ਸਬਦੇ ਆਪ ਪਛਾਣੈ। ਇਸ ਤਰ੍ਹਾਂ ਜਗਿਆਸੂ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪ ਪਛਾਣੇ, ਆਪਣੇ ਆਪ ਨੂੰ ਪਹਿਚਾਣ ਲੈਂਦਾ ਹੈ। ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏ ਦਾ। ਇਸ ਤਰ੍ਹਾਂ ਕਹਿੰਦੇ ਨੇ, ਜੋ ਆਪ ਪਛਾਣੈ, ਜੋ ਆਪਣੇ ਆਪ ਨੂੰ ਪਹਿਚਾਣ ਲੈਂਦਾ ਹੈ, ਸੋਈ ਜਨ ਨਿਰਮਲ। ਕਿਉਂਕਿ ਬੜੀ ਸਾਧਨਾ ਦਾ ਵਿਸ਼ਾ ਹੈ। ਆਮ ਇਸ ਮਨੁੱਖ ਦਾ ਸੁਭਾਵ ਕੀ ਹੈ? ਅਸੀਂ ਕਹਿੰਦੇ ਹਾਂ ਨਾ ਕਿ ਮੈਂ ਭਾਈ ਸਭ ਕੁਝ ਜਾਣਦਾ ਹਾਂ, ਮੈਨੂੰ ਦੂਸਰੇ ਬਾਰੇ ਸਭ ਕੁਝ ਪਤਾ ਹੈ। ਆਮ ਹਰ ਇੱਕ ਵਿਅਕਤੀ ਨੂੰ, ਹਰ ਇੱਕ ਇਨਸਾਨ ਨੂੰ ਆਪਣੇ ਨਾਲੋਂ ਦੂਸਰੇ ਬਾਰੇ ਵੱਧ ਗਿਆਨ ਹੁੰਦਾ ਹੈ। ਅਕਸਰ ਦੁਨੀਆ ਵਿੱਚ ਆਪਾਂ ਵਿਚਰਦੇ ਹਾਂ, ਕੁਝ ਇਸ ਤਰ੍ਹਾਂ ਦੇ ਵਿਅਕਤੀ ਵੀ ਮਿਲਦੇ ਨੇ ਜਿਹੜੇ ਕਹਿੰਦੇ ਸਾਡਾ ਬੜਾ ਤਜਰਬਾ ਹੈ। ਕਿਸ ਗੱਲ ਦਾ ਤਜਰਬਾ ਹੈ? ਕਹਿੰਦੇ ਅਸੀਂ ਤਾਂ ਬੰਦੇ ਦੀ ਤੋਰ ਦੇਖ ਕੇ ਪਹਿਚਾਣ ਲੈਂਦੇ ਕੌਣ ਹੈ। ਇੰਨਾ ਗਿਆਨ, ਇੰਨਾ ਤਜਰਬਾ, ਇੰਨੀ ਪਹਿਚਾਣ। ਪਰ ਸਾਧ ਸੰਗਤ ਜੀ, ਇਹ ਪਹਿਚਾਣ ਦੂਸਰੇ ਬਾਰੇ ਹੈ ਨਾ। ਬਾਣੀ ਕਹਿੰਦੀ ਆਪਣੇ ਬਾਰੇ ਪਹਿਚਾਣ, ਆਪਣੇ ਆਪ ਨੂੰ ਜਾਣ, ਅੰਤਰਮੁਖ ਹੋ। ਠੀਕ ਹੈ, ਦੁਨੀਆ ਨੂੰ ਬਹੁਤ ਜਾਣਦਾ ਹੈ, ਦੂਜਿਆਂ ਬਾਰੇ ਬੜਾ ਕੁਝ ਜਾਣਦਾ ਹੈ, ਪਰ ਆਪਣੇ ਬਾਰੇ ਜਾਣ। ਇਹੀ ਅਸਲੀ ਜੀਵਨ ਦਾ ਮਨੋਰਥ ਹੈ, ਇਹੀ ਅਸਲੀ ਪੁਰਸ਼ਾਰਥ ਹੈ, ਆਪਣੇ ਆਪ ਨੂੰ ਜਾਣਨਾ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਵੇਲੇ ਸ਼੍ਰੀ ਲੰਕਾ ਦੇ ਇਲਾਕੇ 'ਚ ਸੱਚ ਦਾ ਉਪਦੇਸ਼ ਦੇ ਰਹੇ ਨੇ, ਜਗਤ ਜਲੰਦੇ ਦਾ ਉਧਾਰ ਕਰ ਰਹੇ ਨੇ। ਤਾਂ ਉਸ ਇਲਾਕੇ ਦਾ ਇੱਕ ਮਹਾਰਾਜਾ ਹੈ ਸ਼ਿਵਨਾਬ। ਮਹਾਰਾਜਾ ਸ਼ਿਵਨਾਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਬੈਠਾ ਹੈ। ਉਸ ਦੀ ਸਾਧਨਾ ਸੀ, ਸ਼ਰਵਣ ਮਨਨ ਨਿਧਿਧਿਆਸਣ ਦੇ ਵਿੱਚ ਉਸ ਦੀ ਕਮਾਈ ਸੀ, ਜਗਿਆਸੂ ਸੀ। ਗੁਰੂ ਨਾਨਕ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਉਪਦੇਸ਼ ਦਿੱਤਾ। ਮਹਾਰਾਜ ਕਹਿਣ ਲੱਗੇ, ਭਾਈ ਤੂੰ ਕੌਣ ਹੈ? ਇਹ ਜਗਿਆਸੂਆਂ ਦਾ ਵਿਸ਼ਾ ਹੈ, ਬੜੀ ਡੂੰਘੀ ਵਿਚਾਰ ਹੈ। ਮਹਾਰਾਜ ਕਹਿੰਦੇ ਤੂੰ ਕੌਣ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੈਂ ਸ਼ਿਵਨਾਬ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਸ਼ਿਵਨਾਬ ਤਾਂ ਸਰੀਰ ਦਾ ਨਾਮ ਹੈ, ਤੂੰ ਕੌਣ ਹੈ? ਸੋਚਾਂ ਵਿੱਚ ਪੈ ਗਿਆ, ਬੜੀ ਹੈਰਾਨੀ ਹੋਈ। ਮਨਾ ਬੜੇ ਯੋਗ ਆਸਣ ਲਾਏ, ਬੜੇ ਸਾਧਨ ਕੀਤੇ, ਬੜੀ ਤਪੱਸਿਆ ਕੀਤੀ, ਤੂੰ ਜਾਣ ਹੀ ਨਹੀਂ ਸਕਿਆ ਤੂੰ ਕੌਣ ਹੈ। ਬਸ ਇਹੀ ਸਾਧ ਸੰਗਤ ਜੀ ਪ੍ਰਾਪਤੀ ਹੈ, ਆਪਣੇ ਆਪ ਨੂੰ ਜਾਣਨਾ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ, ਆਪ ਪਛਾਣੈ ਸੋਈ ਜਨ ਨਿਰਮਲ। ਬਸ ਆਪਣੇ ਆਪ ਨੂੰ ਪਹਿਚਾਨਣਾ ਹੈ। ਮਹਾਰਾਜ ਕਹਿੰਦੇ ਤੂੰ ਕੌਣ ਹੈ? ਕਹਿੰਦਾ ਜੀ ਮੈਂ ਸ਼ਿਵਨਾਬ। ਮਹਾਰਾਜ ਕਹਿੰਦੇ ਸ਼ਿਵਨਾਬ ਤਾਂ ਸਰੀਰ ਹੈ, ਤੂੰ ਕੌਣ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਇਸ ਤੋਂ ਅੱਗੇ ਮੇਰਾ ਗਿਆਨ ਸ਼ੂਨਿਆ ਹੈ, ਇਸ ਤੋਂ ਅੱਗੇ ਮੈਨੂੰ ਸੋਝੀ ਨਹੀਂ ਹੈ, ਮੈਂ ਕੌਣ ਹਾਂ? ਮੈਂ ਤਾਂ ਆਪਣੇ ਆਪ ਨੂੰ ਸਰੀਰ ਹੀ ਸਮਝਦਾ ਹਾਂ। ਮਹਾਰਾਜ ਕਹਿੰਦੇ ਇਸ ਤੋਂ ਅੱਗੇ, ਕਹਿੰਦਾ ਜੀ ਇੱਕ ਸੂਖਸ਼ਮ ਸਰੀਰ ਹੈ,
ਜੋ 17 ਤੱਤਾਂ ਤੋਂ ਬਣਿਆ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, ਮਨ ਤੇ ਬੁੱਧ, ਇਹ 17 ਤੱਤਾਂ ਦਾ ਸੂਖਸ਼ਮ ਸਰੀਰ ਹੈ। ਮਹਾਰਾਜ ਕਹਿੰਦੇ ਤੂੰ ਇਹ ਵੀ ਨਹੀਂ ਹੈ, ਇਸ ਤੋਂ ਅੱਗੇ ਤੂੰ ਅੰਤਸ਼ਕਰਣ ਵੀ ਨਹੀਂ, ਮਨ ਬੁੱਧ ਚਿੱਤ ਅਹੰਕਾਰ, ਤੂੰ ਅੰਤਸ਼ਕਰਣ ਵੀ ਨਹੀਂ ਹੈ। ਇਸ ਤੋਂ ਅੱਗੇ 5 ਕੋਸ਼ ਨੇ, ਤੂੰ ਉਹ ਵੀ ਨਹੀਂ ਹੈ। ਇਸ ਤੋਂ ਅੱਗੇ ਆਤਮਾ ਹੈ, ਤੂੰ ਆਤਮ ਸਰੂਪ ਹੈ। ਸਤਿਗੁਰਾਂ ਨੇ ਬਚਨ ਕੀਤਾ, ਨਿਹਾਲ ਆਤਮਾ ਦਾ ਗਿਆਨ ਹੋ ਗਿਆ, ਆਤਮਾ ਦਾ ਅਨੁਭਵ ਹੋਇਆ। ਆਪਣੇ ਆਪ ਨੂੰ ਰਾਜੇ ਸ਼ਿਵਨਾਭ ਨੇ ਜਾਣ ਲਿਆ ਕਿ ਮੈਂ ਕੌਣ ਹਾਂ। ਨਾ ਮੈਂ ਸਥੂਲ ਸਰੀਰ ਹਾਂ, ਨਾ ਮੈਂ ਸੂਖਸ਼ਮ ਸਰੀਰ ਹਾਂ, ਨਾ ਮੈਂ ਅੰਤਸ਼ਕਰਣ ਹਾਂ, ਨਾ ਮੈਂ 5 ਕੋਸ਼ ਹਾਂ, ਮੈਂ ਆਤਮ ਸਰੂਪ ਹਾਂ। ਆਤਮ ਸਰੂਪ ਇਹ ਹੈ ਆਪਣੇ ਆਪੇ ਦੀ ਪਹਿਚਾਣ। ਸਤਿਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਆਪ ਪਛਾਣੈ ਸੋਈ ਜਨ ਨਿਰਮਲ। ਉਹੀ ਅਸਲ ਵਿੱਚ ਨਿਰਮਲ ਹੈ, ਪਵਿੱਤਰ ਹੈ, ਜੋ ਆਪਣੇ ਆਪ ਨੂੰ ਪਹਿਚਾਣਦਾ ਹੈ। ਤੇ ਜਿਸ ਨੇ ਆਪਣੇ ਆਪ ਨੂੰ ਪਹਿਚਾਣ ਲਿਆ, ਬਾਣੀ ਸ਼ਬਦ ਸੁਣਾਏ ਦਾ, ਉਹ ਫਿਰ ਸ਼ਬਦ ਦੀ ਬਾਣੀ, ਬ੍ਰਹਮ ਦੀ ਬਾਣੀ, ਪ੍ਰਮਾਤਮਾ ਦੀ ਬਾਣੀ ਦੂਸਰਿਆਂ ਨੂੰ ਵੀ ਸੁਣਾਉਂਦਾ ਹੈ। ਇਹ ਕਾਇਆ ਪਵਿੱਤ ਹੈ ਸਰੀਰ। ਮਹਾਰਾਜ ਕਹਿੰਦੇ ਇਹ ਕਾਇਆ ਤੇ ਸਰੀਰ ਪਵਿੱਤਰ ਹਨ। ਕਾਇਆ ਨਾਮ ਵੀ ਸਰੀਰ ਦਾ ਹੀ ਹੈ, ਸਰੀਰ ਨਾਮ ਵੀ ਇਸ ਦੇਹੀ ਦਾ ਹੈ। ਸੋ ਇੱਥੇ 2 ਸਰੀਰਾਂ ਦਾ ਜ਼ਿਕਰ ਕੀਤਾ ਹੈ, ਕਿਉਂਕਿ ਸਾਡੇ 2 ਸਰੀਰ ਨੇ। ਤੇ ਇਸ ਤੋਂ ਇਲਾਵਾ 3 ਸਰੀਰਾਂ ਦਾ ਜ਼ਿਕਰ ਸਾਨੂੰ ਵਿਦਵਾਨਾਂ ਦੇ ਉਲੇਖ ਵਿੱਚ ਮਿਲਦਾ ਹੈ। ਕਹਿੰਦੇ ਪ੍ਰਥਮ ਦੇਹ ਹੈ ਕਾਰਨ ਮਾਇਆ। ਇਸ ਜੀਵ ਦਾ ਪਹਿਲਾ ਸਰੀਰ ਹੈ ਮਾਇਆ, ਅਵਿਦਿਆ। ਦੂਸਰਾ ਸਰੀਰ ਹੈ ਸੂਖਸ਼ਮ। ਤੀਸਰਾ ਸਰੀਰ ਹੈ ਸਥੂਲ, ਜੋ ਹਵਾ, ਪਾਣੀ, ਧਰਤੀ, ਅੱਗ ਅਤੇ ਆਕਾਸ਼ ਤੋਂ, ਇਹਨਾਂ 5 ਤੱਤਾਂ ਤੋਂ ਬਣਿਆ, ਜਿਸ ਦਾ ਜ਼ਿਕਰ ਗੁਰਬਾਣੀ ਚ ਮਹਾਰਾਜ ਕਰਦੇ ਨੇ। 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਇਹ 5 ਤੱਤ ਨੇ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਕਾਇਆ ਤੇ ਸਰੀਰ, ਇਹ 2 ਸਰੀਰ ਨੇ, ਸੂਖਮ ਤੇ ਸਥੂਲ ਸਰੀਰ। ਕਹਿੰਦੇ ਉਸ ਜੀਵ ਦਾ ਪਵਿੱਤਰ ਹੈ। ਗੁਰ ਸ਼ਬਦੀ ਚੇਤੈ ਗੁਣੀ ਗਹੀਰ। ਕਹਿੰਦੇ ਉਸ ਦਾ ਸਥੂਲ ਸਰੀਰ ਵੀ ਪਵਿੱਤਰ ਹੈ, ਉਸ ਦਾ ਸੂਖਸ਼ਮ ਸਰੀਰ ਵੀ ਪਵਿੱਤਰ ਹੈ। ਜੋ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਬਾਣੀ, ਬਾਣੀ ਦੇ ਗਿਆਨ ਦੁਆਰਾ ਚੇਤੈ, ਆਪਣੇ ਆਪ ਨਹੀਂ। ਆਪਣੇ ਆਪ ਬਹੁਤ ਲੋਕ ਚੇਤੇ ਕਰਦੇ ਨੇ ਪਰਮਾਤਮਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਸ਼ਬਦ ਦੇ ਅਧੀਨ ਹੋ ਕੇ, ਜਦੋਂ ਸ਼ਬਦ ਦੇ ਗਿਆਨ ਦੇ ਮੁਤਾਬਕ, ਗੁਰੂ ਦੀ ਸਿੱਖਿਆ ਦੇ ਮੁਤਾਬਕ ਚੇਤੇ ਕਰੇਗਾ ਉਸ ਗੁਣਾਂ ਦੇ ਗਹੀਰ ਨੂੰ, ਗੁਣਾਂ ਦੇ ਸਾਗਰ ਨੂੰ, ਤਾਂ ਉਸ ਵੇਲੇ ਉਸ ਵਾਹਿਗੁਰੂ ਦਾ ਅਨੁਭਵ ਹੋ ਜਾਂਦਾ ਹੈ। ਅਨ ਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕਹੈ ਗੁਣੀ ਸਮਾਏ ਦਾ। ਇਸ ਤਰ੍ਹਾਂ ਕਹਿੰਦੇ ਅਨ ਦਿਨ, ਦਿਨ ਰਾਤ ਉਸ ਗੁਣਾਂ ਦੇ ਖਜ਼ਾਨੇ, ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਔਰ ਉਸ ਦੇ ਗੁਣਾਂ ਨੂੰ ਗਾਇਨ ਕਰਦਿਆਂ ਕਰਦਿਆਂ ਕਹਿੰਦੇ ਉਸੇ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਅਨ ਦਿਨ ਗੁਣ ਗਾਵੇ ਰੰਗ ਰਾਤਾ। ਰੰਗ ਦਾ ਅਰਥ ਹੈ ਸਾਧ ਸੰਗਤ ਜੀ ਪ੍ਰੇਮ। ਰੰਗ ਦਾ ਅਰਥ ਹੈ ਆਤਮਿਕ ਅਨੁਭਵ ਦੀ ਅਵਸਥਾ। ਕਹਿੰਦੇ ਜਗਿਆਸੂ ਸਤਿਗੁਰੂ ਦੇ ਸ਼ਬਦ ਗਿਆਨ ਦੁਆਰਾ ਉਸ ਮਾਲਕ ਨੂੰ ਇਸ ਤਰੀਕੇ ਨਾਲ ਫਿਰ ਯਾਦ ਕਰਦਾ ਹੈ। ਇਸ ਦੀ ਸਾਧਨਾ, ਇਸ ਦੀ ਬੰਦਗੀ, ਇਸ ਦਾ ਸਿਮਰਨ ਐਸਾ ਬਣ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਉਸ ਦੇ ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ ਉਸ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜਿਸ ਅਵਸਥਾ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਸਾ ਲਾਹੀ ਏਤੀ ਸੁਰਤ ਨਾ ਪਾਈਆ। ਕਹਿੰਦੇ ਉਸ ਵਾਹਿਗੁਰੂ ਨੂੰ ਸਲਾਹੁਣ ਵਾਲਿਆਂ ਨੇ, ਜਗਿਆਸੂਆਂ ਨੇ ਉਸ ਦੀ ਇਤਨੀ ਸਿਫਤ ਕੀਤੀ, ਉਹਨਾਂ ਨੂੰ ਆਪਣੀ ਸੁਰਤ ਹੀ ਵਿਸਰ ਗਈ, ਉਹਨਾਂ ਨੂੰ ਆਪਣਾ ਆਪਾ ਹੀ ਭੁੱਲ ਗਿਆ। ਕਿਵੇਂ? ਕਹਿੰਦੇ ਜਿਸ ਤਰ੍ਹਾਂ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ ਹੈ। ਕਹਿੰਦੇ ਜਿੰਨਾ ਚਿਰ ਕੋਈ ਨਦੀ, ਕੋਈ ਦਰਿਆ
ਕੋਈ ਵਹਿਣ ਸਮੁੰਦਰ ਤੱਕ ਨਹੀਂ ਪਹੁੰਚਿਆ, ਉਹਨਾਂ ਚਿਰ ਉਸ ਦੀ ਆਪਣੀ ਹਸਤੀ ਹੈ। ਅਸੀਂ ਕਹਿੰਦੇ ਆ ਇਹ ਯਮੁਨਾ ਹੈ, ਇਹ ਗੰਗਾ ਹੈ, ਇਹ ਸਰਸਵਤੀ ਹੈ, ਇਹ ਸਤਲੁਜ ਹੈ, ਬਿਆਸ ਹੈ। ਤੇ ਜਦੋਂ ਸਮੁੰਦਰ ਦੇ ਵਿੱਚ ਜਾ ਕੇ ਲੀਨ ਹੋ ਜਾਂਦੇ ਨੇ, ਉਸ ਵੇਲੇ ਫਿਰ ਗੰਗਾ, ਜਮਨਾ ਤੇ ਬਿਆਸ ਦੀ ਆਪਣੀ ਹਸਤੀ ਨਹੀਂ ਰਹਿੰਦੀ, ਉਸੇ ਦਾ ਹੀ ਰੂਪ ਬਣ ਜਾਂਦੇ ਨੇ। ਸਾ ਲਾਹੀ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀ ਹੈ, ਉਸੇ ਦਾ ਰੂਪ ਹੋ ਜਾਂਦੇ ਨੇ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ, ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣਾਂ ਨੂੰ ਕਥਨ ਕਰਦਿਆਂ ਉਸੇ ਦਾ ਹੀ ਰੂਪ ਹੋ ਜਾਂਦੇ ਹਨ। ਇਹੋ ਸ਼ਰੀਰ ਸਭ ਮੂਲ ਹੈ ਮਾਇਆ। ਮਹਾਰਾਜ ਕਹਿੰਦੇ ਇਹ ਜੋ ਦੇਖ ਰਹੇ ਹਾਂ ਸਭ ਕੁਝ ਇਹ ਮਾਇਆ ਦਾ ਹੀ ਸਰੂਪ ਹੈ। ਜਿਤਨੇ ਵੀ ਸ਼ਰੀਰ ਨੇ, ਜਿਤਨੇ ਵੀ ਆਕਾਰ ਨੇ, ਅਸਲ ਵਿੱਚ ਇਹ ਸਾਰੀ ਮਾਇਆ ਦੀ ਉਤਪਤੀ ਹੈ। ਪਰ ਮਾਇਆ ਦੀ ਉਤਪਤੀ ਕਿੱਥੋਂ ਹੋਈ? ਉਸ ਬ੍ਰਹਮ ਤੋਂ, ਉਸ ਵਾਹਿਗੁਰੂ ਤੋਂ। ਇਸ ਵਿਸ਼ੇ ਨੂੰ ਅਧਿਆਤਮ ਪ੍ਰਕਾਸ਼ ਗ੍ਰੰਥ ਅੰਦਰ ਮਹਾਪੁਰਖਾਂ ਨੇ ਬੜਾ ਖੋਲ ਕੇ ਦੱਸਿਆ ਹੈ। ਕਹਿੰਦੇ ਰਚਨਾ ਕਿਵੇਂ ਹੈ, ਇਹ ਉਤਪਤੀ ਕਿਵੇਂ ਹੋਈ ਹੈ, ਇਹ ਮਾਇਆ ਦਾ ਸਰੂਪ ਕੀ ਹੈ, ਮਾਇਆ ਦਾ ਪਸਾਰਾ ਕੀ ਹੈ। ਅਧਿਆਤਮ ਪ੍ਰਕਾਸ਼ ਅੰਦਰ ਇਸ ਦਾ ਜ਼ਿਕਰ ਹੈ। ਕਹਿੰਦੇ ਏਕ ਬ੍ਰਹਮ ਚੈਤਨ ਅਖੰਡਤ, ਤਾਂਤੇ ਉਪਜੀ ਇੱਛਾ, ਤਾਹੀ ਕੋ ਮਾਇਆ ਕਹੀਅਤ ਹੈ, ਨੀਕੇ ਸੁਨਿਓ ਸਿੱਛਾ। ਸਭ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਕਿ ਮਾਇਆ ਹੈ ਕੀ। ਇਸ ਨੂੰ ਆਪਾਂ ਦੋ ਤਰੀਕਿਆਂ ਨਾਲ ਸਮਝ ਸਕਦੇ ਹਾਂ। ਸਤਿਗੁਰਾਂ ਨੇ ਬੜੇ ਸਰਲ ਤਰੀਕੇ ਨਾਲ ਦੱਸਿਆ ਕਿ ਮਾਇਆ ਕੀ ਹੈ। ਜੇ ਆਪਾਂ ਸਿੱਧੇ ਜੇ ਦੋ ਕੁ ਸ਼ਬਦਾਂ 'ਚ ਹੀ ਸਮਝਣਾ ਹੋਵੇ ਕਿ ਮਾਇਆ ਕੀ ਚੀਜ਼ ਹੁੰਦੀ ਹੈ, ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਅੰਮ੍ਰਿਤ ਬਚਨ ਹੈ, ਨਿਤਨੇਮ ਦੀ 5ਵੀਂ ਬਾਣੀ ਸ਼੍ਰੀ ਆਨੰਦ ਸਾਹਿਬ ਅੰਦਰ। ਮਹਾਰਾਜ ਕਹਿੰਦੇ ਕਿ ਜੋ ਵਸਤੂ, ਜੋ ਪਦਾਰਥ ਉਸ ਵਾਹਿਗੁਰੂ ਦੇ ਰਸਤੇ ਵਿੱਚ ਸਾਨੂੰ ਰੋਕ ਪਾ ਦਿੰਦਾ ਹੈ, ਉਹ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ। ਜਿਸ ਵਸਤੂ ਨਾਲ ਜ਼ਰੂਰੀ ਨਹੀਂ ਕਿ ਉਹ ਨੋਟ ਹੀ ਹੋਣ, ਜ਼ਰੂਰੀ ਨਹੀਂ ਕਿ ਉਹ ਜ਼ਮੀਨ ਹੀ ਹੋਵੇ, ਜ਼ਰੂਰੀ ਨਹੀਂ ਕਿ ਉਹ ਇਸ ਤਰ੍ਹਾਂ ਦਾ ਕੋਈ ਹੋਰ ਪਦਾਰਥ ਹੋਵੇ, ਇਹੀ ਮਾਇਆ ਹੈ। ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ। ਬਸ ਉਹ ਵਸਤੂ, ਉਹ ਪਦਾਰਥ ਮਾਇਆ ਹੈ, ਜਿਹੜਾ ਵਸਤੂ, ਜਿਹੜਾ ਪਦਾਰਥ ਸਾਨੂੰ ਰੱਬ ਦੇ ਰਸਤੇ ਵਿੱਚ ਰੋਕ ਦਿੰਦਾ ਹੈ। ਉਹ ਪਦਾਰਥ ਕੋਈ ਵੀ ਹੋ ਸਕਦਾ ਹੈ। ਉਹ ਕੋਈ ਖਾਣ ਵਾਲੀ ਵਸਤੂ ਵੀ ਹੋ ਸਕਦੀ ਹੈ, ਉਹ ਕੋਈ ਪਾਉਣ ਵਾਲਾ ਲੀੜਾ ਕੱਪੜਾ ਵੀ ਹੋ ਸਕਦਾ ਹੈ, ਉਹ ਕੋਈ ਸਾਡੇ ਘਰ ਦਾ ਜੀ, ਸਾਡੀ ਕੋਈ ਧੀ, ਸਾਡਾ ਕੋਈ ਪੁੱਤਰ ਵੀ ਹੋ ਸਕਦਾ ਹੈ। ਬਸ ਕਹਿੰਦੇ ਉਹ ਮਾਇਆ ਹੈ ਜੋ ਪਦਾਰਥ ਸਾਨੂੰ ਰੱਬ ਦੇ ਰਸਤੇ ਵਿੱਚ ਰੋਕ ਦਿੰਦਾ ਹੈ। ਇਹ ਮਾਇਆ ਜਿਤ ਹਰ ਵਿਸਰੈ ਹੈ। तो अध्यात्म प्रकाश के करता जी लिखते ने एक ब्रह्म चैतन अखंडत। कहते सब तो पहला वो ब्रह्म है, वो चैतन है, वो अखंड स्वरूप है। उस ब्रह्म नू एक इच्छा पैदा हुई, उस इच्छा का नाम माया है। एक ब्रह्म चैतन अखंडत, तांते उपजी इच्छा, ताही को माया कहियत है। नीके सुनियो शिक्षा, जड़ माया चैतन ब्रह्म को, तामे वयो अभास। कहते उस ब्रह्म तो पहला ये जड़ माया पैदा हुई। इस जड़ माया विच उस ब्रह्म ने अपनी चेतना पाई, अपनी शक्ति पाई। ये जड़ माया फिर चेतन हो गई। जड़ माया चेतन ब्रह्म को, तामे वयो अभास। राज सत तम तीनों उपजाए, तिन ते द्वैत बिलाश। कहते जदों माया जड़ तो चेतन हुई, फिर उस चेतनता तो तीन चीज़ां पैदा हुईयां, जिसनों कहते ने रजो गुण, तमो गुण, सतो गुण। जिसका जिक्र साहिब सतगुरु जी श्री गुरु ग्रंथ साहिब महाराज जी करते ने। रज गुण, तम गुण, सत गुण कही है, ये तेरी सब माया। श्रोमणी भगत श्री नामदेव महाराज जियां दा बचन है, कहते कृष्णा ते जानऊ हर हर नाचंती नाचना।
ਕਹਿੰਦੇ ਇਹ ਜੀਵ ਜੋ ਨੱਚ ਰਹੇ ਨੇ, ਇਹ ਜੋ ਦੁਨੀਆ ਦੀ ਚਹਿਲ ਪਹਿਲ ਆਪਾਂ ਦੇਖ ਰਹੇ ਹਾਂ, ਕਹਿੰਦੇ ਇਹ ਕਿੱਥੋਂ ਹੈ? ਕਹਿੰਦੇ ਕ੍ਰਿਸ਼ਨਾ ਤੇ ਜਾਣੋ। ਕ੍ਰਿਸ਼ਨ ਨਾਮ ਮਾਇਆ ਦਾ, ਕਹਿੰਦੇ ਮਾਇਆ ਤੋਂ ਹੈ। ਕਿਵੇਂ ਹੈ? ਕਹਿੰਦੇ ਪਹਿਲ ਪੁਰਸਾਬੀਰਾ, ਪਹਿਲ ਸਭ ਤੋਂ ਪਹਿਲਾ, ਪੁਰਸਾਬੀਰਾ ਇਹ ਸੰਸਕ੍ਰਿਤ ਦੇ ਲਫ਼ਜ਼ ਨੇ। ਜਦੋਂ ਇਹਨਾਂ ਦਾ ਆਪਾਂ ਮੂਲ ਸ਼ਬਦ ਦੇਖਾਂਗੇ ਤੇ ਸਾਧ ਸੰਗਤ ਜੀ ਸੰਧੀ ਵਿਛੇਦ ਕਰਕੇ ਇਹ ਦੋ ਸ਼ਬਦ ਬਣ ਜਾਂਦੇ ਨੇ, ਪੁਰਸ਼ ਆਵਿਰਭੂ। ਆਵਿਰਭੂ ਦਾ ਮਤਲਬ ਹੁੰਦਾ ਪ੍ਰਗਟ ਹੋਣਾ, ਪੈਦਾ ਹੋਣਾ। ਕਹਿੰਦੇ ਸਭ ਤੋਂ ਪਹਿਲਾਂ ਉਹ ਪੁਰਸ਼ ਪੈਦਾ ਹੋਇਆ ਹੈ, ਮਾਇਆ ਕਰਤਾ ਨਹੀਂ ਹੈ। ਮਾਇਆ ਵੀ ਉਸ ਪੁਰਸ਼ ਤੋਂ, ਜਿਸ ਨੂੰ ਅਕਾਲ ਪੁਰਖ ਕਿਹਾ, ਉਸ ਤੋਂ ਪੈਦਾ ਹੋਈ ਹੈ। ਪਹਿਲ ਪੁਰਸਾਬੀਰਾ, ਕਹਿੰਦੇ ਸਭ ਤੋਂ ਪਹਿਲਾਂ ਉਹ ਪੁਰਸ਼ ਹੈ। ਉਹ ਪੁਰਸ਼ ਆਪਣੇ ਆਪ ਤੋਂ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਅਜੂਨੀ ਸੈ ਭੰਗ, ਆਪਣੇ ਆਪ ਤੋਂ ਪ੍ਰਕਾਸ਼ਿਤ ਹੈ। ਜਿਸ ਨੂੰ ਆਸਾ ਜੀ ਕੀ ਵਾਰ ਅੰਦਰ ਮਹਾਰਾਜ ਜੀ ਨੇ ਬਿਆਨ ਕੀਤਾ ਹੈ, ਆਪੀ ਨੇ ਆਪ ਸਾਜਿਓ। ਉਸ ਵਾਹਿਗੁਰੂ ਨੇ ਪਹਿਲਾਂ ਆਪਣੇ ਆਪ ਨੂੰ ਸਾਜਿਆ ਹੈ, ਆਪਣੇ ਆਪ ਤੋਂ ਉਹ ਸਵੈੰ ਪ੍ਰਗਟ ਹੋਇਆ ਹੈ। ਜਦੋਂ ਇਸ ਚੀਜ਼ ਦੀ ਆਪਾਂ ਟਰਾਂਸਲੇਸ਼ਨ ਪੜ੍ਹਦੇ ਹਾਂ ਨਾ, ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਪੜ੍ਹਦੇ ਹਾਂ, ਤੇ ਅੰਗਰੇਜ਼ੀ ਦੇ ਵਿਦਵਾਨਾਂ ਨੇ ਵੀ ਬੜੀ ਕਮਾਲ ਦੀ ਵਿਆਖਿਆ ਲਿਖੀ ਹੈ। ਕਹਿੰਦੇ ਹੀ ਹਿਮਸੈਲਫ ਕ੍ਰੀਏਟਡ ਹਿਮਸੈਲਫ, ਉਸਨੇ ਆਪਣੇ ਆਪ ਨੂੰ ਆਪਣੇ ਤੋਂ ਹੀ ਪੈਦਾ ਕਰ ਲਿਆ ਹੈ। ਹੀ ਹਿਮਸੈਲਫ ਕ੍ਰੀਏਟਡ ਹਿਮਸੈਲਫ, ਆਪਣੇ ਆਪ ਤੋਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਇਸ ਤੋਂ ਅੱਗੇ ਫਿਰ ਕਹਿੰਦੇ ਮਾਇਆ ਅਥੋਨ ਪੁਰਸ਼ਾਦਮਰਾ, ਸ਼੍ਰੀ ਨਾਮਦੇਵ ਮਹਾਰਾਜ ਜੀ ਦਾ ਬਚਨ ਹੈ। ਅਥੋਨ ਅਥਵਾ ਫਿਰ, ਕਹਿੰਦੇ ਪਹਿਲਾਂ ਉਸਨੇ ਆਪਣੇ ਆਪ ਨੂੰ ਪੈਦਾ ਕੀਤਾ ਹੈ, ਫਿਰ ਆਪਣੇ ਆਪ ਤੋਂ ਉਸਨੇ ਮਾਇਆ ਨੂੰ ਪੈਦਾ ਕੀਤਾ। ਅਥੋਨ ਪੁਰਸ਼ਾਦਮਰਾ, ਇਸ ਦਾ ਜਦੋਂ ਸੰਧੀ ਵਿਛੇਦ ਕਰਾਂਗੇ ਬਣਦਾ ਹੈ ਪੁਰਸ਼ਾਤ ਆਮਿਰ। ਪੁਰਸ਼ਾਤ ਮੈਨਾ ਪੁਰਸ਼, ਆਮਿਰ ਮੈਨਾ ਮਾਇਆ। ਕਹਿੰਦੇ ਉਸ ਪੁਰਸ਼ ਨੇ ਆਪਣੇ ਆਪ ਤੋਂ ਫਿਰ ਮਾਇਆ ਨਾਮ ਦੀ ਇੱਕ ਵਸਤੂ ਪੈਦਾ ਕੀਤੀ ਹੈ। ਪਹਿਲ ਪੁਰਸਾਬਿਰਾ ਅਥੋਨ ਪੁਰਸ਼ਾਦਮਰਾ, ਕਹਿੰਦੇ ਦੋ ਚੀਜ਼ਾਂ ਹੋ ਗਈਆਂ। ਫਿਰ ਕੀ ਹੋਇਆ? ਸ਼੍ਰੀ ਨਾਮਦੇਵ ਮਹਾਰਾਜ ਕਹਿੰਦੇ ਅਸਗਾ ਅਸ ਉਸਗਾ। ਅਸਗਾ ਮੈਨਾ ਇਸ ਮਾਇਆ ਦਾ, ਉਸਗਾ ਉਸ ਬ੍ਰਹਮ ਦਾ, ਉਸ ਵਾਹਿਗੁਰੂ ਦਾ। ਅਸ ਅਸ ਮੈਨਾ ਮਿਲਾਪ। ਕਹਿੰਦੇ ਜਦੋਂ ਇਸ ਮਾਇਆ ਦਾ ਤੇ ਉਸ ਬ੍ਰਹਮ ਦਾ ਮਿਲਾਪ ਹੋਇਆ, ਜਿਸ ਨੂੰ ਕਹਿੰਦੇ ਨੇ ਜੜ ਮਾਇਆ ਚੇਤਨ ਬ੍ਰਹਮ ਕੋ ਤਾਮੇ ਵਯੋ ਆਭਾਸ। ਜੜ ਮਾਇਆ ਵਿੱਚ ਉਸ ਚੇਤਨ ਬ੍ਰਹਮ ਦਾ ਆਭਾਸ ਪੈ ਗਿਆ। ਜੜ ਮਾਇਆ ਵਿੱਚ ਉਸ ਚੇਤਨ ਬ੍ਰਹਮ ਦੀ ਸ਼ਕਤੀ ਪੈ ਗਈ। ਫਿਰ ਕਹਿੰਦੇ ਅਸਗਾ ਅਸ ਉਸਗਾ, ਹਰ ਕਾ ਬਾਗਰਾ ਨਾਚੈ ਪਿੰਧੀ ਮੈਂ ਸਾਗਰਾ। ਪਿੰਧੀ ਕਹਿੰਦੇ ਨੇ ਖੂਹ ਦੀਆਂ ਟਿੰਡਾਂ। ਬਜ਼ੁਰਗ ਜਾਣਦੇ ਨੇ ਪੁਰਾਣੇ ਸਮੇਂ 'ਚ ਖੂਹ ਹੁੰਦੇ ਸਨ, ਉਸ ਵਿੱਚ ਟਿੰਡਾਂ ਹੁੰਦੀਆਂ ਸਨ, ਤੇ ਜਦੋਂ ਖੂਹ ਚੱਲਦਾ ਸੀ ਉਹ ਟਿੰਡਾਂ ਦੀ ਮਾਲਾ ਘੁੰਮਦੀ ਸੀ, ਤੇ ਟਿੰਡਾਂ ਪਾਣੀ ਨਾਲ ਭਰ ਕੇ ਜਦੋਂ ਉੱਪਰ ਨੂੰ ਆਉਂਦੀਆਂ ਸਨ ਤੇ ਉਹ ਹਿੱਲਦੀਆਂ ਸਨ, ਪਾਣੀ ਛਲਕਦਾ ਸੀ। ਉਸ ਨੂੰ ਸ਼੍ਰੀ ਨਾਮਦੇਵ ਮਹਾਰਾਜ ਜੀ ਨੇ ਆਪਣੀ ਉਦਾਹਰਣ ਦੇ ਵਿੱਚ ਵਰਤਿਆ। ਕਹਿੰਦੇ ਫਿਰ ਜਦੋਂ ਉਸ ਬ੍ਰਹਮ ਦਾ ਤੇ ਮਾਇਆ ਦਾ ਆਪਸ ਵਿੱਚ ਸੰਬੰਧ ਬਣਿਆ, ਫਿਰ ਕਹਿੰਦੇ ਇਹ ਸੰਸਾਰ ਇਉਂ ਪੈਦਾ ਹੋ ਗਿਆ। ਹਰ ਕਾ ਬਾਗਰਾ ਨਾਚੈ ਪਿੰਧੀ ਮੈਂ ਸਾਗਰਾ। ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਛਲਕਦਾ ਹੈ ਨਾ, ਇਸ ਤਰ੍ਹਾਂ ਕਹਿੰਦੇ ਇਸ ਜੜ ਮਾਇਆ ਤੋਂ ਉਸ ਵਾਹਿਗੁਰੂ ਨੇ ਇਹ ਚਹਿਲ ਪਹਿਲ ਵਾਲਾ, ਇਹ ਕਈ ਤਰ੍ਹਾਂ ਦੇ ਰੰਗ ਤਮਾਸ਼ਿਆਂ ਵਾਲਾ ਸੰਸਾਰ ਪੈਦਾ ਕਰ ਦਿੱਤਾ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਇਸ ਪੰਕਤੀ ਅੰਦਰ ਹੀ ਬਖਸ਼ਿਸ਼ ਕਰਦੇ ਹਨ। ਇਹੋ ਸ਼ਰੀਰ ਸਭ ਮੂਲ ਹੈ ਮਾਇਆ। ਮਹਾਰਾਜ ਕਹਿੰਦੇ ਭਾਈ ਜਿੰਨੇ ਵੀ ਸ਼ਰੀਰ ਨੇ, ਜਿੰਨੀਆਂ ਵੀ ਦੇਹੀਆਂ ਨੇ, ਚਾਹੇ ਉਹ ਕਾਰਨ ਦੇਹੀਆਂ ਹਨ, ਚਾਹੇ ਉਹ ਸੂਖਸ਼ਮ ਦੇਹੀਆਂ ਹਨ, ਚਾਹੇ ਉਹ ਸਥੂਲ ਦੇਹੀਆਂ ਹਨ, ਮੂਲ ਹੈ ਮਾਇਆ। ਸਾਰਿਆਂ ਦਾ ਮੂਲ ਮਾਇਆ ਹੈ, ਔਰ ਮਾਇਆ ਦਾ ਮੂਲ ਉਹ ਬ੍ਰਹਮ ਵਾਹਿਗੁਰੂ ਆਪ ਹੈ। ਦੂਜੇ ਪਾਏ ਭਰਮ ਭੁਲਾਇਆ। ਪਰ ਕਹਿੰਦੇ ਦ્વੈਸ਼ ਭਾਵ ਵਿੱਚ ਲੱਗ ਕੇ ਕੁਝ ਜੀਵ ਭਰਮ ਵਿੱਚ ਪੈ ਕੇ ਉਸ ਵਾਹਿਗੁਰੂ ਤੋਂ ਭੁੱਲੇ ਹੋਏ ਨੇ। ਉਹਨਾਂ ਉੱਪਰ ਮਾਇਆ ਦਾ ਐਸਾ ਪ੍ਰਭਾਵ ਹੈ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਮਾਇਆ
ਅਮਰ ਵਰਤਾਇਆ। ਗੁਰੂ ਅਮਰਦਾਸ ਜੀ ਦਾ ਬਚਨ ਹੈ, ਕਹਿੰਦੇ ਜਨਮਦਿਆਂ ਸਾਰ ਹੀ ਮਾਇਆ ਨੇ ਆਪਣਾ ਅਮਰ ਵਰਤਾ ਦਿੱਤਾ ਹੈ। ਸਾਧ ਸੰਗਤ ਜੀ, ਅਰਬੀ ਦਾ ਲਫ਼ਜ਼ ਹੈ ਅਮਰ। ਅਮਰ ਮੈਨਾ ਹੁਕਮ। ਕਹਿੰਦੇ ਮਾਇਆ ਨੇ ਐਸਾ ਹੁਕਮ ਵਰਤਾਇਆ ਹੈ ਕਿ ਕੁਝ ਲੋਕ ਉਸ ਪਰਮਾਤਮਾ ਨੂੰ ਭੁੱਲ ਕੇ ਦਵੈਸ਼ ਵਿੱਚ ਲੱਗ ਕੇ ਸੰਸਾਰ ਵਿੱਚ ਵਿਚਰਦੇ ਹਨ। ਹਰ ਨਾ ਚੇਤੈ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏ ਦਾ। ਇਸ ਲਈ ਮਹਾਰਾਜ ਕਹਿੰਦੇ ਨੇ ਜੋ ਹਰ ਨਾ ਚੇਤੇ, ਜੋ ਹਰੀ ਨੂੰ ਚੇਤੇ ਨਹੀਂ ਕਰਦਾ ਉਹ ਦੁੱਖ ਪਾਉਂਦਾ ਹੈ। ਬਸ ਇਹ ਸਿਧਾਂਤ ਹੈ ਗੁਰਮਤਿ ਦਾ। ਮਹਾਰਾਜ ਕਹਿੰਦੇ ਬਸ ਤੇਰੇ ਦੁੱਖਾਂ ਦਾ ਕਾਰਨ ਇਹੀ ਹੈ ਕਿ ਤੈਨੂੰ ਉਹ ਦਾਤਾ, ਉਹ ਵਾਹਿਗੁਰੂ ਭੁੱਲ ਗਿਆ ਹੈ। ਸਾਧ ਸੰਗਤ ਜੀ, ਲਾਹੌਰ ਦੇ ਨੇੜੇ ਇੱਕ ਨਗਰ ਹੈ ਦੀਪਾਲਪੁਰ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਸਾਹਿਬ ਅਤੇ ਭਾਈ ਬਾਲਾ ਸਾਹਿਬ ਜੀ ਦੇ ਸਮੇਤ ਉਸ ਨਗਰ ਦੇ ਨੇੜੇ ਪਹੁੰਚੇ। ਸਤਿਗੁਰਾਂ ਦੇ ਕੰਨਾਂ 'ਚ ਇੱਕ ਰੋਣ ਦੀ ਆਵਾਜ਼, ਚੀਖਾਂ ਦੀ ਆਵਾਜ਼ ਪਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਦਰਵਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਰੋਂਦੇ, ਕਰਲਾਉਂਦੇ, ਚੀਖਾਂ ਮਾਰਦੇ ਵਿਅਕਤੀ ਦੇ ਕੋਲ ਪਹੁੰਚੇ। ਜਦੋਂ ਦੇਖਿਆ ਉਸ ਦੇ ਸਰੀਰ ਦੀ ਹਾਲਤ, ਸਾਧ ਸੰਗਤ ਜੀ, ਪਾਕ ਨਾਲ, ਰੇਸ਼ਾ ਨਾਲ ਸਰੀਰ ਭਰਿਆ ਪਿਆ ਹੈ, ਜ਼ਖਮਾਂ ਨਾਲ ਸਰੀਰ ਭਰਿਆ ਪਿਆ ਹੈ, ਸਰੀਰ ਵਿੱਚੋਂ ਰੇਸ਼ਾ ਚੋ ਰਿਹਾ ਹੈ, ਲਹੂ ਚੋ ਰਿਹਾ ਹੈ, ਸਾਰਾ ਸਰੀਰ ਉਸ ਦਾ ਗਲਿਆ ਪਿਆ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੰਤਰਜਾਮੀ ਜਾਣਦੇ ਨੇ। ਭਾਈ ਮਰਦਾਨਾ ਸਾਹਿਬ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ ਜੀ ਇਹ ਕੌਣ ਹੈ? ਇਸ ਦੀ ਐਸੀ ਹਾਲਤ ਕਿਉਂ ਹੋਈ? ਕਰੁਣਾ ਨਿਧਾਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੀ ਮੁਬਾਰਕ ਰਸਨਾ ਤੋਂ ਇੱਕ ਬਚਨ ਉਚਾਰਨ ਕੀਤਾ ਜੋ ਧਨਾਸਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ। ਮਹਾਰਾਜ ਕਹਿੰਦੇ ਇਸ ਦੀ ਹਾਲਤ ਇਹ ਕਿਉਂ ਹੈ? ਹਜ਼ੂਰ ਮਹਾਰਾਜ ਕਹਿਣ ਲੱਗੇ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ, ਜਿਸ ਤਨ ਵਿੱਚੋਂ, ਜਿਸ ਸਰੀਰ ਵਿੱਚੋਂ ਜੈ ਤਨ ਬਾਣੀ ਵਿਸਰ ਜਾਏ, ਜਿਸ ਨੂੰ ਰੱਬ ਦੀ ਬਾਣੀ, ਪ੍ਰਮਾਤਮਾ ਦੀ ਬੰਦਗੀ ਵਿਸਰ ਜਾਂਦੀ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਮਹਾਰਾਜ ਕਹਿੰਦੇ ਇਸ ਦੇ ਰੋਗਾਂ ਦਾ, ਇਸ ਦੇ ਰੋਣ ਦਾ, ਇਸ ਦੇ ਵਿਲਕਣ ਦਾ ਕਾਰਨ ਇਹੀ ਹੈ, ਇਸ ਨੂੰ ਰੱਬ ਵਿਸਰ ਚੁੱਕਾ ਹੈ। ਮਹਾਰਾਜ ਕਹਿੰਦੇ ਸਾਡੇ ਦੁੱਖਾਂ ਦਾ ਕਾਰਨ ਸਾਨੂੰ ਭਟਕਣ ਦੀ ਲੋੜ ਨਹੀਂ ਹੈ ਕਿ ਕਿਸੇ ਪੰਡਤ ਜੀ ਪਾਸ ਜਾਈਏ, ਕਿਸੇ ਹੋਰ ਪਾਸ ਜਾਈਏ। ਕੌਣ ਸਾਡੇ ਦੁੱਖਾਂ ਦੀ ਨਿਵਰਤੀ ਕਰੇਗਾ? ਮਹਾਰਾਜ ਕਹਿੰਦੇ ਭਾਈ ਤੇਰੇ ਦੁੱਖਾਂ ਦਾ ਕਾਰਨ ਹੈ ਪਰਮਾਤਮਾ ਨੂੰ ਵਿਸਾਰ ਦੇਣਾ। ਜਦੋਂ ਉਸ ਨੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਚੇਤੇ ਕਰੇਗਾ ਫਿਰ ਕੋਈ ਦੁੱਖ ਪੋ ਨਹੀਂ ਸਕੇਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਦੱਸ ਦਿੱਤਾ ਹੈ। ਕਹਿੰਦੇ ਹਰ ਨਾ ਚੇਤੈ ਮਹਾ ਦੁੱਖ ਪਾਏ। ਹਰੀ ਨੂੰ ਜਦੋਂ ਨਹੀਂ ਚੇਤੇ ਕਰਦਾ ਬਹੁਤ ਵੱਡਾ ਦੁੱਖ ਪਾਉਂਦਾ ਹੈ। ਹਰ ਚੇਤੇ, ਬਿਨ ਹਰ ਚੇਤੇ, ਬਿਨਾ ਹਰੀ ਨੂੰ ਚੇਤੇ ਕਰਨ ਤੋਂ ਦੁੱਖ ਪਾਏ ਦਾ ਦੁੱਖ ਹੀ ਦੁੱਖ ਲੋਕ ਪਰਲੋਕ ਦੇ ਦੁੱਖਾਂ ਨੂੰ ਪਾਉਂਦਾ ਹੈ। ਜੇ ਸਤਿਗੁਰ ਸੇਵੇ ਸੋ ਪਰਵਾਨ। ਇਸ ਲਈ ਕਹਿੰਦੇ ਜੋ ਸਤਿਗੁਰੂ ਨੂੰ ਸੇਵੰਦਾ ਹੈ, ਇਹ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ। ਕਿਉਂ? ਕਿਉਂਕਿ ਸਤਿਗੁਰੂ ਜੀ ਨੇ ਜੋ ਸੇਵਾ ਕੀਤੀ ਹੈ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ, ਉਸ ਨੂੰ ਆਪਾਂ ਭਲੀ ਭਾਂਤ ਜਾਣਦੇ ਹਾਂ। ਕਿੰਨੀ ਭਾਵਨਾ ਹੈ ਸੇਵਾ ਦੇ ਵਿੱਚ। ਜਦੋਂ ਬਿਆਸ ਦਰਿਆ ਤੋਂ ਜਲ ਦੀ ਗਾਗਰ ਲੈਣ ਵਾਸਤੇ ਜਾਂਦੇ ਨੇ ਸਾਧ ਸੰਗਤ ਜੀ, ਦੇਖੋ ਮਨ ਦੀ ਭਾਵਨਾ। ਕਈਆਂ ਨੂੰ ਤਾਂ ਸ਼ੰਕਾ ਹੋ ਜਾਂਦਾ ਹੈ, ਉਹਨਾਂ ਬਾਰੇ ਅਸੀਂ ਕਹਿ ਨਹੀਂ ਸਕਦੇ, ਪਰ ਮਨ ਦੀ ਭਾਵਨਾ ਦੇਖੋ। ਕਹਿੰਦੇ ਇੱਕ ਦਿਨ ਮਨ ਵਿੱਚ ਇਹ ਖਿਆਲ ਆਇਆ ਕਿ ਮਨਾ, ਜੇਕਰ ਤੂੰ ਇਸ਼ਨਾਨ ਨਹੀਂ ਕਰਦਾ ਤੇ ਇਸੇ ਤਰ੍ਹਾਂ ਜਲ ਦੀ ਗਾਗਰ ਭਰ ਕੇ ਲੈ ਜਾਂਦਾ ਹੈ ਤੇ ਫਿਰ ਤਾਂ ਜਲ ਅਪਵਿੱਤਰ ਹੈ। ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਅਪਵਿੱਤਰ ਜਲ ਨਾਲ ਇਸ਼ਨਾਨ ਕਰਾਉਂਦਾ ਹੈ। ਮਨਾ ਇਹ ਠੀਕ ਨਹੀਂ ਹੈ, ਕੀ ਕੀਤਾ ਜਾਏ? ਮਨ ਵਿੱਚ ਖਿਆਲ ਆਇਆ ਕਿ ਇਉਂ ਕਰਦੇ ਹਾਂ, ਪਹਿਲਾਂ ਮੈਂ ਇਸ਼ਨਾਨ ਕਰ ਲੈਂਦਾ ਹਾਂ, ਫਿਰ ਖਿਆਲ ਆਇਆ, ਭਾਵਨਾ ਦੇਖੋ, ਫਿਰ ਖਿਆਲ ਆਇਆ ਕਿ ਮਨਾ ਤੂੰ ਸਤਿਗੁਰਾਂ ਤੋਂ ਪਹਿਲਾਂ ਇਸ਼ਨਾਨ ਕਰੇਂਗਾ, ਹੁਣ ਕੀ ਕੀਤਾ ਜਾਏ? ਤੇ ਸਾਧ ਸੰਗਤ ਜੀ ਫਿਰ ਦੇਖੋ ਭਾਵਨਾ
ਵਿਦਵਾਨਾਂ ਦੇ ਬਚਨ ਨੇ, ਸ਼ਰਧਾ ਬਿਨਾ ਨਾ ਲਭੰਤੇ ਗਿਆਨਮ। ਜਿੰਨੇ ਮਰਜੀ ਗ੍ਰੰਥ ਪੜ੍ਹ ਲੈ, ਪੋਥੀਆਂ ਪੜ੍ਹ ਲੈ, ਕਹਿੰਦੇ ਜਿੰਨਾ ਚਿਰ ਸ਼ਰਧਾ ਨਹੀਂ ਹੈ, ਜਿੰਨਾ ਚਿਰ ਭਾਵਨਾ ਨਹੀਂ ਹੈ, ਸ਼ਰਧਾ ਬਿਨਾ ਨਾ ਲਭੰਤੇ ਗਿਆਨਮ ਤਤਪਰੇਣ ਸਹਿਤ ਇੰਦਰੀਆ। ਤੇ ਭਾਵਨਾ ਦੇਖੋ ਫਿਰ ਕੈਸੀ ਸਿਖਾਈ ਹੈ ਸਾਨੂੰ। ਕਹਿੰਦੇ ਉਸ ਵੇਲੇ ਉਹ ਗਾਗਰ ਆਪਣੇ ਸੀਸ ਤੇ ਰੱਖ ਕੇ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਮੇਤ ਬਸਤਰਾਂ ਦੇ ਬਿਆਸ ਦਰਿਆ ਵਿੱਚ ਉਤਰ ਜਾਂਦੇ ਨੇ ਗਲ ਤੱਕ, ਨਾਲੇ ਟੁਬਕੀ ਲਾ ਲੈਂਦੇ ਨੇ, ਨਾਲੇ ਸਰੀਰ ਦਾ ਇਸ਼ਨਾਨ ਹੋ ਜਾਂਦਾ ਹੈ ਤੇ ਨਾਲੇ ਆਪਣੇ ਆਪ ਗਾਗਰ ਭਰੀ ਜਾਂਦੀ ਹੈ ਤੇ ਜਾ ਕੇ ਇਸ਼ਨਾਨ ਦੁਬਾਰਾ ਕਰ ਲੈਂਦੇ ਨੇ। ਪਰ ਸਰੀਰ ਵੀ ਪਵਿੱਤਰ ਹੋ ਗਿਆ ਤੇ ਗਾਗਰ ਵੀ ਭਰ ਲਈ। ਤੇ ਸਰਦੀਆਂ ਦੇ ਦਿਨਾਂ ਵਿੱਚ ਵੀ ਇਉਂ ਸਮੇਤ ਬਸਤਰਾਂ ਦੇ ਗਿੱਲੇ ਬਸਤਰਾਂ ਨਾਲ ਇਹ ਜਲ ਦੀ ਸੇਵਾ ਕਰਦੀ ਰਹੀ। ਮਨ ਵਿੱਚ ਸ਼ੰਕਾ ਤਾਂ ਆ ਜਾਏਗਾ ਕਿ ਇਹ ਕਿਸ ਤਰ੍ਹਾਂ ਦੀ ਸ਼ਰਧਾ ਹੈ, ਇਹ ਕਿਸ ਤਰ੍ਹਾਂ ਦੀ ਭਾਵਨਾ ਹੈ। ਸਾਧ ਸੰਗਤ ਜੀ, ਇਹ ਸ਼ਰਧਾ ਹੀ ਪਾਰ ਲਾਉਣ ਵਾਲੀ ਹੈ। ਇੱਕ ਵਿਦਵਾਨ ਮਹਾਂਪੁਰਖ ਨੂੰ ਕਿਸੇ ਜਗਿਆਸੂ ਨੇ ਪੁੱਛਿਆ ਸੀ ਕਿ ਮਹਾਰਾਜ ਇਹ ਦੱਸੋ ਕਿ ਮਨੁੱਖ ਦੇ ਅੰਦਰ ਅੰਨੀ ਸ਼ਰਧਾ ਹੋਣੀ ਚਾਹੀਦੀ ਹੈ? ਉਹ ਬੜੀ ਬੰਦਗੀ ਵਾਲੇ ਮਹਾਂਪੁਰਖ ਸਨ। ਕਹਿੰਦੇ ਹਾਂ, ਅੰਨੀ ਸ਼ਰਧਾ ਪਾਰ ਲਾ ਦਿੰਦੀ ਹੈ, ਅੰਨੀ ਸ਼ਰਧਾ ਹੋਣੀ ਚਾਹੀਦੀ ਹੈ, ਪਰ ਇੱਕ ਸ਼ਰਤ ਹੈ, ਇੱਕ ਗੱਲ ਦਾ ਖਿਆਲ ਰੱਖਣਾ ਪਏਗਾ। ਕਹਿੰਦੇ ਉਹ ਕੀ? ਕਹਿੰਦੇ ਜਿਸ ਤੇ ਅੰਨੀ ਸ਼ਰਧਾ ਰੱਖਣੀ ਹੈ ਨਾ, ਉਹ ਅੱਗਿਓਂ ਅੰਨਾ ਨਾ ਹੋਵੇ, ਉਹ ਸੁਜਾਖਾ ਹੋਵੇ। ਬਸ ਉਹ ਸੁਜਾਖਾ ਹੋਵੇ, ਉਹ ਪੂਰਾ ਗੁਰੂ ਹੋਵੇ, ਉਸ ਤੇ ਫਿਰ ਅੰਨੀ ਸ਼ਰਧਾ ਰੱਖੀ ਹੋਈ ਵੀ ਸਫਲ ਹੈ, ਤੈਨੂੰ ਪਾਰ ਲਾ ਦੇਗੀ, ਪਾਰ ਲਾ ਦੇਗੀ। ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੇ ਸੇਵਾ ਦਾ ਸੰਕਲਪ, ਸੇਵਾ ਦਾ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਬਚਨ ਕਹੇ ਨੇ, ਜੇ ਸਤਿਗੁਰ ਸੇਵੇ ਸੋ ਪ੍ਰਵਾਨ। ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਜੋ ਸਤਿਗੁਰੂ ਦੀ ਸੇਵਾ ਕਰਦਾ ਹੈ ਸੋ ਪ੍ਰਵਾਨ, ਉਹ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੈ। ਕਾਇਆ ਹੰਸ ਨਿਰਮਲ ਦਰ ਸੱਚੈ ਜਾਣ। ਕਹਿੰਦੇ ਕਾਇਆ ਇਹ ਦੇਹੀ ਤੇ ਹੰਸ ਹੁੰਦਾ ਹੈ ਜੀਵਾਤਮਾ। ਜੋ ਸਤਿਗੁਰੂ ਦੀ ਸੇਵਾ ਕਰਦਾ ਹੈ ਉਸ ਦਾ ਜੀਵਾਤਮਾ ਔਰ ਉਸ ਦਾ ਇਹ ਪੰਜ ਭੌਤਿਕ ਸਰੀਰ, ਇਹ ਦੋਵੇਂ ਹੀ ਪਵਿੱਤਰ ਹੋ ਜਾਂਦੇ ਹਨ। ਹਰ ਸੇਵੇ ਹਰ ਮਨ ਵਸਾਏ, ਸੋ ਹੈ ਹਰ ਗੁਣ ਗਾਏ ਦਾ। ਇਉਂ ਕਹਿੰਦੇ ਜੋ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਹਰ ਸੇਵੇ, ਹਰੀ ਨੂੰ ਸੇਵਦਾ ਹੈ, ਹਰ ਸੇਵੇ ਹਰ ਮਨ ਵਸਾਏ, ਹਰੀ ਨੂੰ ਮਨ ਵਿੱਚ ਵਸਾ ਲੈਂਦਾ ਹੈ, ਸੋ ਹੈ ਹਰ ਗੁਣ ਗਾਏ ਦਾ। ਗੁਰੂ ਦੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੋਇਆ ਵਾਹਿਗੁਰੂ ਦੇ ਦਰ ਤੇ ਸ਼ੋਭਾ ਪਾ ਲੈਂਦਾ ਹੈ। ਬਿਨ ਭਾਗਾ ਗੁਰ ਸੇਵਿਆ ਨਾ ਜਾਏ। ਪਰ ਮਹਾਰਾਜ ਕਹਿੰਦੇ ਬਿਨਾਂ ਭਾਗਾਂ ਤੋਂ, ਬਿਨਾਂ ਪੂਰਬਲੇ ਸ਼ੁਭ ਕਰਮਾਂ ਦੇ ਪ੍ਰਭਾਵ ਤੋਂ ਗੁਰ ਸੇਵਿਆ ਨਾ ਜਾਏ। ਮਹਾਰਾਜ ਕਹਿੰਦੇ ਭਾਈ ਕਿਤੇ ਮਾਣ ਨਾ ਕਰ ਲਈ ਕਿ ਮੇਰੇ ਤੋਂ ਬਿਨਾਂ ਕੌਣ ਸੇਵਾ ਕਰਵਾ ਸਕਦਾ ਹੈ, ਮੇਰੇ ਤੋਂ ਬਿਨਾਂ ਕੌਣ ਸੇਵਾ ਕਰ ਸਕਦਾ ਹੈ। ਮਹਾਰਾਜ ਕਹਿੰਦੇ ਸ਼ੁਕਰ ਕਰਿਆ ਕਰ ਕਿ ਮੇਰੇ ਐਸੇ ਪੂਰਬਲੇ ਕਰਮ ਨੇ, ਮੇਰਾ ਐਸਾ ਪੂਰਬਲਾ ਕਰਮ ਜਾਗਿਆ ਹੈ, ਗੁਰੂ ਨੇ ਐਸੀ ਕਿਰਪਾ ਕੀਤੀ ਹੈ ਕਿ ਮੈਨੂੰ ਗੁਰੂ ਦੀ ਸੇਵਾ ਨਸੀਬ ਹੋਈ ਹੈ, ਪ੍ਰਾਪਤ ਹੋਈ ਹੈ। ਕਿਉਂ? ਕਿਉਂਕਿ ਮਹਾਰਾਜ ਕਹਿੰਦੇ ਬਿਨ ਭਾਗਾ ਗੁਰ ਸੇਵਿਆ ਨਾ ਜਾਏ। ਇਹ ਅਟਲ ਸੱਚਾਈ ਹੈ। ਬਿਨਾਂ ਭਾਗਾਂ ਤੋਂ, ਬਿਨਾਂ ਪੂਰਬਲੇ ਸ਼ੁਭ ਕਰਮਾਂ ਦੇ ਪ੍ਰਭਾਵ ਤੋਂ, ਬਿਨਾਂ ਗੁਰੂ ਦੀ ਕਿਰਪਾ ਤੋਂ ਗੁਰੂ ਦੀ ਸੇਵਾ ਪ੍ਰਾਪਤ ਨਹੀਂ ਹੁੰਦੀ। ਮਨ ਮੁਖ ਭੁੱਲੇ ਮੂਏ ਬਿਲ ਲਾਏ। ਇਸ ਲਈ ਮਹਾਰਾਜ ਕਹਿੰਦੇ ਕੁਝ ਮਨਮੁਖ ਨੇ ਜਿਹੜੇ ਭੁੱਲੇ ਹੋਏ ਨੇ, ਬਿਲ ਲਾਏ, ਬਿਲਕਦੇ ਨੇ। ਮਨਮੁਖ ਦਾ ਜੀਵਨ, ਮਨਮੁਖ ਦੀ ਵਿਚਾਰਧਾਰਾ, ਮਨਮੁਖ ਦੇ ਖਿਆਲਾਤ ਗੁਰਬਾਣੀ ਵਿੱਚ ਵਰਣਨ ਕੀਤੇ ਨੇ। ਮਨਮੁਖ ਐਸਾ ਹੈ। ਬਾਬਾ ਕਬੀਰ ਸਾਹਿਬ ਮਹਾਰਾਜ ਇਸ ਕਰਕੇ ਸਾਨੂੰ ਸਾਵਧਾਨ ਕਰਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਕਹਿੰਦੇ ਜਦੋਂ ਤੂੰ ਦੇਖੇ ਨਾ ਸਾਕਤ ਆ ਰਿਹਾ ਹੈ, ਕੋਈ ਮਨਮਤੀਆ ਆ ਰਿਹਾ ਹੈ, ਕੋਈ ਗੁਰੂ ਤੋਂ ਬੇਮੁਖ ਆ ਰਿਹਾ ਹੈ, ਕਹਿੰਦੇ ਆਪਣਾ ਰਸਤਾ ਬਦਲ ਲਈ। ਕਿਉਂ? ਕਿਉਂਕਿ ਕਹਿੰਦੇ ਹੋ ਸਕਦਾ ਤੇਰੇ ਤੇ ਅਸਰ ਹੋ ਜਾਏ। ਮਨਮੁਖ ਦੀ ਇਸ ਤਰ੍ਹਾਂ ਦੀ ਵਿਆਖਿਆ ਸਾਨੂੰ ਸਾਧ ਸੰਗਤ ਜੀ ਬਾਣੀ ਚੋਂ ਮਿਲਦੀ ਹੈ। ਸੰਸਕ੍ਰਿਤ ਸਾਹਿਤ ਵਿੱਚੋਂ ਸਾਨੂੰ ਮਨਮੁਖ ਦੇ ਬਾਰੇ ਇੱਕ ਸ਼ਬਦ ਮਿਲਦਾ, ਪਾਮਰ।
ਪਾਮਰ ਪੁਰਸ਼, ਬਹੁਤ ਵੱਡਾ ਪਾਪੀ। ਇਸਲਾਮ ਦੇ ਵਿੱਚੋਂ ਸਾਨੂੰ ਮਨਮੁਖ ਦੀ ਵਿਆਖਿਆ ਮਿਲਦੀ ਹੈ। ਕੁਰਾਨ ਸ਼ਰੀਫ ਅੰਦਰ ਇਹ ਲਿਖਿਆ ਹੋਇਆ ਹੈ, ਕਹਿੰਦੇ ਇਨਲ ਲਜ਼ੀਨ ਕਫਰੂ ਸਵਾਉ ਅਲੈਹਿਮ ਅਨਜ਼ਰਤਹੁਮ ਅਮ ਲਮ ਤੁਨਜ਼ਿਰਹੁਮ ਯੁਮਿਨੂਨ। ਔਰ ਇਸ ਮਨਮੁਖ ਨੂੰ ਇਸਲਾਮ ਸਾਹਿਤ ਵਿੱਚ ਕਾਫਿਰ ਕਿਹਾ। ਕਹਿੰਦੇ ਇਨਲ ਲਜ਼ੀਨ ਕਫਰੂ ਸਵਾਉ ਅਲੈਹਿਮ, ਕਫਰੂ ਕਾਫਿਰ, ਗੁਰਮੁਖੀ ਵਿੱਚ ਕਹਿੰਦੇ ਨੇ ਮਨਮੁਖ, ਹਿੰਦੀ ਸਾਹਿਤ ਵਿੱਚ ਇਸ ਨੂੰ ਕਿਹਾ ਪਾਮਰ, ਇਸਲਾਮ ਦੇ ਵਿੱਚ ਇਸ ਨੂੰ ਕਿਹਾ ਕਾਫਿਰ। ਔਰ ਇਸ ਕਾਫਿਰ ਦੇ ਬਾਰੇ, ਇਸ ਮਨਮੁਖ ਦੇ ਬਾਰੇ ਕੁਰਾਨ ਸ਼ਰੀਫ ਅੰਦਰ ਸੂਰਯ ਅਲ ਬਕਰ ਅੰਦਰ ਪਹਿਲੇ ਪਾਰੇ ਅੰਦਰ ਇਹ ਜ਼ਿਕਰ ਹੈ, ਇਹ ਆਇਤ ਹੈ। ਕਹਿੰਦੇ ਜਿਹੜਾ ਮਨਮੁਖ ਹੈ, ਕਾਫਿਰ ਹੈ, ਉਹ ਬੜਾ ਕਠੋਰ ਹੈ। ਇਨਲ ਲਜ਼ੀਨ ਕਫਰੂ ਸਵਾਉਨ ਅਲੈਹਿਮ ਅਨਜ਼ਰਤਹੁਮ ਅਮ ਲਮ ਤੁਨਜ਼ਿਰਹੁਮ ਯੁਮਿਨੂਨ। ਮੁਹੰਮਦ ਸਾਹਿਬ ਕਹਿੰਦੇ ਉਸ ਨੂੰ ਚਾਹੇ ਨਸੀਹਤ ਕਰੋ ਜਾਂ ਨਾ ਕਰੋ, ਇੱਕੋ ਹੀ ਗੱਲ ਹੈ। ਭਾਵ ਕਹਿੰਦੇ ਉਸ ਨੂੰ ਸਮਝਾਉਣ ਦੀ ਲੋੜ ਨਹੀਂ। ਕਿਉਂ? ਕਹਿੰਦੇ ਉਹ ਸਮਝੇਗਾ ਨਹੀਂ, ਪੱਕੀ ਗੱਲ ਹੈ, ਉਹ ਸਮਝੇਗਾ ਨਹੀਂ। ਐਸਾ ਮਨਮੁਖ ਹੈ, ਐਸਾ ਕਾਫਿਰ ਹੈ, ਐਸਾ ਪਾਮਰ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ, ਭੁੱਲੇ ਮੂਏ ਬਿਲ ਲਾਏ, ਉਹ ਰੱਬ ਦੇ ਰਸਤੇ ਤੋਂ, ਗੁਰੂ ਦੇ ਰਸਤੇ ਤੋਂ ਭਟਕੇ ਹੋਏ, ਭੁੱਲੇ ਹੋਏ ਨੇ, ਬਿਲਕਦੇ ਹਨ, ਦੁਨੀਆ ਵਿੱਚ ਦੁੱਖ ਪਾਉਂਦੇ ਹਨ। ਜਿਨ ਕਉ ਨਦਰ ਹੋਵੇ ਗੁਰ ਕੇਰੀ, ਹਰ ਜੀਉ ਆਪ ਮਿਲਾਏ ਦਾ। ਪਰ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇੱਥੇ ਨਦਰ ਦਾ ਜ਼ਿਕਰ ਕਰਦੇ ਨੇ। ਫਾਰਸੀ ਵਿੱਚ ਨਦਰ ਕਹਿੰਦੇ ਨੇ ਮਿਹਰ ਦੀ ਨਿਗਾਹ, ਕਿਰਪਾ ਦ੍ਰਿਸ਼ਟੀ। ਕਹਿੰਦੇ ਜਿਸ ਤੇ ਗੁਰੂ ਦੀ ਨਜ਼ਰ ਹੋ ਜਾਏ, ਕਿਉਂਕਿ ਗੁਰੂ ਦੀ ਨਜ਼ਰ ਵਿੱਚ ਬੜੀ ਕਰਾਮਾਤ, ਬੜੀ ਬਖਸ਼ਿਸ਼ ਹੈ। ਸਤਿਗੁਰਾਂ ਦੇ ਬਚਨ ਨੇ, ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਅੰਮ੍ਰਿਤ ਦ੍ਰਿਸ਼ਟੀ ਹੈ ਗੁਰੂ ਦੀ। ਤੋ ਹਜ਼ੂਰ ਕਹਿੰਦੇ ਨੇ ਜਿਨ ਕੋ ਨਦਰ ਹੋਵੇ ਗੁਰ ਕੇਰੀ, ਜਿਸ ਦੇ ਉੱਪਰ ਗੁਰੂ ਦੀ ਮਿਹਰ ਦੀ ਨਿਗਾਹ ਹੋ ਜਾਂਦੀ ਹੈ, ਹਰ ਜੀਵ ਆਪ ਮਿਲਾਏ ਦਾ, ਉਸ ਨੂੰ ਹਰੀ ਪ੍ਰਮਾਤਮਾ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਕਾਇਆ ਕੋਟ ਪੱਕੇ ਹਟ ਨਾਲੇ। ਕਹਿੰਦੇ ਇਸ ਕਾਇਆ ਦੇ ਅੰਦਰ, ਇਸ ਦੇਹੀ ਅੰਦਰ ਬੜੇ ਪੱਕੇ ਕੋਟ ਬਣੇ ਹੋਏ ਨੇ। ਕੋਟ ਕਹਿੰਦੇ ਕਿਲਾ। 5 ਗਿਆਨ ਇੰਦਰੇ, 5 ਕਰਮ ਇੰਦਰੇ, ਇਹ ਕਿਲੇ ਨੇ, ਇੰਦਰੀਆਂ ਦੇ ਕਿਲੇ ਨੇ, ਅੰਤਸ਼ਕਰਨ ਦੇ ਕਿਲੇ ਨੇ। ਇਹ ਪੱਕੇ ਕੋਟ ਅੰਦਰ ਬਣੇ ਹੋਏ ਹਨ। ਗੁਰਮੁਖ ਲੀਵੈ ਵਸਤ ਸੰਭਾਲੇ। ਪਰ ਜਿਹੜਾ ਗੁਰਮੁਖ ਹੈ ਉਹ ਲੀਵੈ ਵਸਤ ਸੰਭਾਲੇ, ਉਹ ਅਸਲੀ ਨਾਮ ਵਸਤੂ ਨੂੰ ਸਤਿਗੁਰੂ ਦੇ ਗਿਆਨ ਦੁਆਰਾ ਆਪਣੇ ਅੰਦਰ ਸੰਭਾਲ ਲੈਂਦਾ ਹੈ। ਹਰ ਕਾ ਨਾਮ ਧਿਆਏ ਦਿਨ ਰਾਤੀ, ਉਤਮ ਪਦਵੀ ਪਾਏ ਦਾ। ਇਸ ਤਰ੍ਹਾਂ ਕਹਿੰਦੇ ਹਰੀ ਦਾ ਨਾਮ ਧਿਆਏ ਦਿਨ ਰਾਤੀ, ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਹੈ, ਦਿਨ ਰਾਤ ਬੰਦਗੀ ਕਰਦਾ ਹੈ। ਸਤਿਗੁਰੂ ਦੇ ਗਿਆਨ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ, ਕਹਿੰਦੇ ਸਤਿਗੁਰੂ ਦੇ ਗਿਆਨ ਦੁਆਰਾ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਤਮ ਪਦਵੀ ਪਾਏ ਦਾ। ਐਸੀ ਉਤਮ ਪਦਵੀ ਪਾ ਲੈਂਦਾ ਹੈ ਜਿਸ ਬਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਧਰਮ ਰਾਜ ਐਸੀ ਚਵਹਿ ਕੀਤੋ ਭਵਨ ਪੁਨੀਤ, ਲੋਕ ਸੁਖੀਏ ਪਰਲੋਕ ਸੁਹੇਲੇ। ਐਸੀ ਉਤਮ ਪਦਵੀ ਨੂੰ ਪਾ ਲੈਂਦਾ ਹੈ। ਆਪੇ ਸੱਚਾ ਹੈ ਸੁਖ ਦਾਤਾ। ਇਸ ਲਈ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਹੁਣ ਵਿਆਪਕ ਦ੍ਰਿਸ਼ਟੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। हे ਭਾਈ, ਤੇਰੀ ਜਿਹੜੀ ਦੌੜ ਹੈ ਇਹ ਸੁੱਖਾਂ ਤੱਕ ਹੈ। ਔਰ ਇਸ ਗੱਲ ਨੂੰ ਮਹਾਰਾਜ ਕਹਿੰਦੇ ਸਮਝ ਲੈ ਕਿ ਆਪੇ ਸੱਚਾ ਹੈ ਸੁਖ ਦਾਤਾ। ਸਾਰੇ ਸੁੱਖਾਂ ਦਾ ਦਾਤਾ ਉਹ ਮਾਲਕ ਵਾਹਿਗੁਰੂ ਆਪ ਹੈ। ਸਾਰੇ ਸੁੱਖਾਂ ਦਾ ਦਾਤਾ, ਜਿੰਨੇ ਵੀ ਦੁਨੀਆ ਦੇ ਸੁੱਖ ਨੇ। ਤੇ ਜਦੋਂ ਇਹਨਾਂ ਸੁੱਖਾਂ ਦੀ ਆਪਾਂ ਵਿਆਖਿਆ ਕਰਦੇ ਹਾਂ, ਇਹਨਾਂ ਸੁੱਖਾਂ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਕਰੀਬਨ 6 ਤਰ੍ਹਾਂ ਦਾ ਸੁੱਖ ਦੁਨੀਆ ਦੇ ਵਿਦਵਾਨਾਂ ਨੇ ਮੰਨਿਆ। ਇੱਕ ਰਾਜੇ ਨੇ ਆਪਣੇ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਮੰਤਰੀ ਮਹੋਦੈ, ਇਹ ਦੱਸੋ ਕਿ ਜਿਹੜੀ ਦੁਨੀਆ ਦੇ ਲੋਕ ਨੇ, ਸੰਸਾਰ ਦੇ ਲੋਕ ਨੇ, ਇਹ ਕਿੰਨੇ ਕੁ ਤਰ੍ਹਾਂ ਦੇ ਸੁੱਖਾਂ ਨੂੰ ਚਾਹੁੰਦੇ ਨੇ।
ਇਹ ਇਨਸਾਨ ਕਿੰਨੇ ਕੁ ਤਰ੍ਹਾਂ ਦੇ ਸੁੱਖਾਂ ਨੂੰ ਲੋੜਦਾ ਹੈ। ਉਸ ਮੰਤਰੀ ਨੇ ਉਸ ਰਾਜੇ ਨੂੰ ਜੋ ਜਵਾਬ ਦਿੱਤਾ ਹੈ, ਸਾਧ ਸੰਗਤ ਜੀ, ਇੱਕ ਸੰਸਕ੍ਰਿਤ ਦਾ ਬੜਾ ਮਸ਼ਹੂਰ ਗ੍ਰੰਥ ਹੈ ਹਿਤੋਪਦੇਸ਼ ਮਿੱਤਰ ਲਾਭ, ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ। ਉਸ ਮੰਤਰੀ ਨੇ ਕਿਹਾ, ਐ ਰਾਜਨ, 6 ਤਰ੍ਹਾਂ ਦੇ ਸੁੱਖਾਂ ਦੀ ਇਸ ਮਨੁੱਖ ਨੂੰ ਇੱਛਾ ਹੁੰਦੀ ਹੈ। ਇਹ ਮਨੁੱਖ ਇਹ ਲੋੜਦਾ ਹੈ ਕਿ ਮੈਨੂੰ 6 ਤਰ੍ਹਾਂ ਦਾ ਸੁੱਖ ਕਿਤੇ ਮਿਲ ਜਾਏ, ਮੈਂ ਸਮਝਾਂਗਾ ਮੇਰਾ ਜੀਵਨ ਸਫਲ ਹੈ। ਉਹ 6 ਤਰ੍ਹਾਂ ਦਾ ਸੁੱਖ ਕਿਹੜਾ ਹੈ? ਕਹਿੰਦੇ, ਅਰਥਾਗਮੋ ਨਿਤਯਮ ਰੋਗਤਾ ਚ, ਪ੍ਰਿਯ ਚ ਭਾਰਿਆ ਪ੍ਰੇਵਾਦਨੀ ਚ, ਵਸ਼ਸ਼ ਪੁੱਤਰੋ ਅਰਥ ਕਰੀ ਚ ਵਿਦਿਆ, ਛੜ ਜੀਵ ਲੋਕस्य ਸੁਖਾਨੀ ਰਾਜਨ। ਕਹਿੰਦੇ ਪਹਿਲਾ ਸੁੱਖ ਹੈ ਅਰਥਾਗਮੋ। ਇਹ ਮਨੁੱਖ ਚਾਹੁੰਦਾ ਹੈ ਮੇਰੇ ਕੋਲ ਅਰਥ ਆਉਂਦਾ ਰਹੇ। ਅਰਥ ਮੈਂ ਨਾ ਮਾਇਆ, ਇਸ ਨੂੰ ਬੰਦਾ ਸੁੱਖ ਸਮਝਦਾ ਹੈ। ਅਰਥਾਗਮੋ ਇਸੇ ਕਰਕੇ ਕਹਿੰਦਾ ਹੈ ਨਾ ਕਿ ਜੀ ਮੈਨੂੰ ਬੜਾ ਦੁੱਖ ਹੈ, ਪੰਡਤ ਜੀ ਮੇਰਾ ਹੱਥ ਦੇਖੋ, ਬੜਾ ਦੁੱਖ ਹੈ। ਤੇ ਹੱਥ ਦੇਖਣ ਵਾਲਾ ਕਹਿੰਦਾ ਜੀ ਕੀ ਦੁੱਖ ਹੈ? ਕਹਿੰਦਾ ਜੀ ਧਨ ਜਾ ਰਿਹਾ ਹੈ, ਆਉਂਦਾ ਥੋੜਾ ਹੈ, ਜਾਂਦਾ ਬਹੁਤਾ ਹੈ। ਇਹ ਜਾ ਰਿਹਾ ਹੈ। ਇਹ ਬੰਦਾ ਕਹਿੰਦਾ ਹੈ ਜੀ ਮੈਨੂੰ ਦੁੱਖ ਇਸ ਗੱਲ ਦਾ ਹੀ ਹੈ ਕਿ ਜਦੋਂ ਮੇਰੇ ਹੱਥੋਂ ਧਨ ਜਾਂਦਾ ਹੈ ਨਾ, ਮੈਨੂੰ ਬੜਾ ਦੁੱਖ ਹੁੰਦਾ। ਇਹ ਜਾਣਾ ਨਹੀਂ ਚਾਹੀਦਾ। ਬਸ ਜਦੋਂ ਧਨ ਆਉਂਦਾ ਹੈ, ਇਸ ਵਿੱਚ ਮੈਨੂੰ ਬੜਾ ਸੁੱਖ ਮਿਲਦਾ, ਇਸ ਨੂੰ ਸੁੱਖ ਸਮਝਿਆ ਹੋਇਆ। ਅਰਥਾਗਮੋ। ਦੂਸਰਾ ਨਿਤਯਮ ਰੋਗਤਾ ਚ, ਕਹਿੰਦੇ ਜੋ ਸਰੀਰ ਨਿਤ ਹੀ ਅਰੋਗੀ ਰਹੇ, ਸਰੀਰ ਨੂੰ ਕੋਈ ਰੋਗ ਨਾ ਲੱਗੇ। ਕਿਉਂਕਿ ਅਸੀਂ ਚਾਹੁੰਦੇ ਹਾਂ ਨਾ, ਫਿਰ ਧਨ ਦਾ ਕੀ ਫਾਇਦਾ, ਫਿਰ ਅਮੀਰੀ ਦਾ ਕੀ ਫਾਇਦਾ? ਜੇ ਡਾਕਟਰ ਨੇ ਕਹਿ ਦਿੱਤਾ ਜੀ ਤੁਸੀਂ ਕੁਝ ਖਾਣਾ ਹੀ ਨਹੀਂ, ਤੁਸੀਂ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਸਰੀਰ ਰੋਗੀ ਹੈ, ਫਿਰ ਧਨ ਦਾ ਵੀ ਕੀ ਲਾਭ ਹੈ? ਇਨਸਾਨ ਕਹਿੰਦਾ ਹੈ ਪਹਿਲਾ ਸੁੱਖ ਹੈ ਮੇਰੇ ਕੋਲ ਧਨ ਆਉਂਦਾ ਰਹੇ, ਦੂਸਰਾ ਸੁੱਖ ਹੈ ਕਿ ਮੇਰਾ ਸਰੀਰ ਅਰੋਗ ਰਹੇ, ਤੰਦਰੁਸਤ ਰਹੇ। ਅਰਥਾਗਮੋ ਨਿਤਯਮ ਰੋਗਤਾ ਚ। ਤੀਸਰਾ ਪ੍ਰੇ ਭਾਰਿਆ ਚ, ਮੇਰੀ ਜੋ ਭਾਰਿਆ ਹੈ, ਮੇਰੀ ਜੋ ਪਤਨੀ ਹੈ, ਉਹ ਬੜੇ ਪਿਆਰ ਵਾਲੀ ਹੋਵੇ। ਚੌਥਾ ਪ੍ਰੇ ਵਾਦਨੀ ਚ, ਉਹ ਬੜੇ ਪਿਆਰੇ ਵਾਦਨ ਵਾਲੀ, ਵਾਦਨ ਮੈਂ ਨਾ ਬੋਲਣਾ, ਮੇਰੀ ਘਰ ਵਾਲੀ ਬੜੀ ਪਿਆਰੀ ਹੋਵੇ, ਪਤਨੀ ਬੜੀ ਪਿਆਰ ਵਾਲੀ ਹੋਵੇ, ਤੇ ਫਿਰ ਬੜੇ ਮਿੱਠੇ ਬਚਨ ਬੋਲਣ ਵਾਲੀ ਹੋਵੇ, ਆਗਿਆਕਾਰੀ ਹੋਵੇ। ਇਹ ਚੌਥਾ ਸੁੱਖ ਹੈ ਪ੍ਰੇ ਭਾਰਿਆ ਚ, ਪ੍ਰੇ ਵਾਦਨੀ ਚ। ਪੰਜਵਾਂ ਕਹਿੰਦੇ ਵਸ਼ਸ਼ ਪੁੱਤਰੋ। ਫਿਰ ਇੱਥੇ ਹੀ ਬਸ ਨਹੀਂ ਹੈ, ਮੈਂ ਚਾਹੁੰਦਾ ਹਾਂ ਮੇਰੇ ਕੋਲ ਬੜਾ ਧਨ ਹੋਵੇ, ਮੈਂ ਚਾਹੁੰਦਾ ਹਾਂ ਮੇਰਾ ਸਰੀਰ ਤੰਦਰੁਸਤ ਰਹੇ, ਮੈਂ ਚਾਹੁੰਦਾ ਹਾਂ ਪਿਆਰ ਵਾਲੀ ਪਤਨੀ ਹੋਵੇ, ਸਭ ਕੁਝ ਹੋਵੇ। ਇਸ ਤੋਂ ਇਲਾਵਾ ਮੇਰੇ ਘਰ ਦੇ ਵਿੱਚ ਔਲਾਦ ਵੀ ਹੋਵੇ। ਜੇ ਮੇਰੇ ਘਰ ਵਿੱਚ ਔਲਾਦ ਨਹੀਂ, ਮੈਂ ਦੁਖੀ ਹਾਂ। ਜੇ ਮੇਰੇ ਘਰ ਵਿੱਚ ਧੀਆਂ ਹੀ ਨੇ, ਜੇ ਮੇਰੇ ਘਰ ਵਿੱਚ ਪੁੱਤਰ ਨਹੀਂ, ਮੈਂ ਤਦ ਵੀ ਦੁਖੀ ਹਾਂ। ਇਸ ਬੰਦੇ ਦੀ ਸੋਚ ਹੈ। ਇਹ ਕਹਿੰਦਾ ਹੈ ਵਸ਼ਸ਼ ਪੁੱਤਰੋ, ਉੱਥੇ ਪੁੱਤਰੀ ਨਹੀਂ ਹੈ, ਵਸ਼ਸ਼ ਪੁੱਤਰੋ, ਮੇਰਾ ਪੁੱਤਰ ਹੋਵੇ। ਤੇ ਕੈਸਾ? ਵਸ਼ਸ਼, ਮੇਰੇ ਵਸ ਵਿੱਚ ਹੋਵੇ, ਮੇਰੀ ਆਗਿਆ 'ਚ ਚੱਲਣ ਵਾਲਾ ਹੋਵੇ। ਇਹੋ ਜੀ ਮੈਂ ਔਲਾਦ ਚਾਹੁੰਦਾ ਹਾਂ। ਇਹ ਪੰਜਵਾਂ ਸੁੱਖ ਹੈ, ਵਸ਼ਸ਼ ਪੁੱਤਰੋ। ਤੇ ਛੇਵਾਂ ਅਰਥ ਕਰੀ ਚ ਵਿਦਿਆ, मेरे पास ऐसी विद्या होवे, मेरे पास ऐसा हुनर होवे, मेरे पास ऐसा गुण होवे, जिस गुण करके, जिस विद्या करके मैं धन कमा सका। मैं इहो जी विद्या भी नहीं चाहता कि मैं विद्या ही पढ़ता रहा, विद्या ही पढ़ता रहा ते कोई पैसा बने ही ना, कोई माया की कमाई होवे ही ना। इहो जी विद्या भी नहीं मैं चाहता। मैं इहो जी विद्या चाहता हाँ, अर्थ करी च विद्या, धन कमावे, पैसा कमावे, इहो जी विद्या चाहना हाँ। अर्थ करी च विद्या, छड़ जीव लोकस्य सुखानी राजन। मंत्री जी कहन लगे, ए राजन, ये 6 तरह के सुख ये इंसान लोड़दा है। साहिब सतगुरु श्री गुरु अमरदास महाराज कहते ने कि आपे सच्चा है सुख दाता। जे सुख चाहता है ना, उस सच्चे दे चरनां नाल जुड़ जा। क्यों? गुरबाणी ने इस सच्चाई नूं दुनिया के सामने रख दिता है। महाराज कहते सुख नाही रे हर भगत बिना, बाकी सब भुलेखे ही ने कि माया नाल सुख मिलेगा, पुत्र नाल सुख मिलेगा, बाहरले देश विच रह के सुख मिलेगा, नहीं। महाराज कहते भुलेखे ने, सुख नाही रे हर भगत बिना। इसलिए महाराज कहते आपे सच्चा है सुख दाता। सुखां दा दाता मालिक वाहिगुरु जो सच्चा है वो सारे सुखां नूं देण वाला है।
ਉਸ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰ। ਪੂਰੇ ਗੁਰ ਕੈ ਸ਼ਬਦ ਪਛਾਤਾ। ਕਹਿੰਦੇ ਪੂਰੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਜਗਿਆਸੂ ਨੇ ਉਸ ਵਾਹਿਗੁਰੂ ਨੂੰ ਪਹਿਚਾਣ ਲਿਆ ਹੈ। ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਦਾ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਸ੍ਰੀ ਮੁਖ ਤੋਂ ਉਚਾਰਨ ਕੀਤਾ ਹੋਇਆ ਮਾਰੂ ਰਾਗ ਅੰਦਰ ਇਹ ਪਾਵਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ 1064 ਅਤੇ 65 ਅੰਗ ਤੇ ਵਿਦਵਾਨ ਹੈ। ਇੱਥੇ ਇਸ ਪਾਵਨ ਸ਼ਬਦ ਦੇ 16 ਪਦੇ ਸਮਾਪਤ ਹੋ ਰਹੇ ਨੇ, ਕਿਉਂਕਿ ਮਾਰੂ 16 ਬਾਣੀ ਹੈ ਤੋ 16 ਤੋਂ ਭਾਵ 16 ਪਦਿਆਂ ਵਾਲਾ ਸ਼ਬਦ ਹੈ। ਸੋ ਇੱਥੇ ਇਸ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਨਾਨਕ ਨਾਮ ਸਲਾਹੇ ਸਾਚਾ। ਜੋ ਉਸ ਵਾਹਿਗੁਰੂ ਦੇ ਸੱਚੇ ਨਾਮ ਦੀ ਸਿਫਤ ਕਰਦਾ ਹੈ, ਉਸ ਦੀ ਸਲਾਹਤਾ ਕਰਦਾ ਹੈ, ਪੂਰੇ ਭਾਗ ਕੋ ਪਾਏਦਾ। ਇਸ ਸਿਫਤ ਸਲਾਹ ਦੁਆਰਾ ਕੋਈ ਵਿਰਲਾ ਵਡਭਾਗੀ ਹੀ ਉਸ ਪੂਰਨ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ ਹੈ। ਅੰਤਰਾਤਮੇ ਉਸ ਨੂੰ ਵਾਹਿਗੁਰੂ ਦਾ ਅਨੁਭਵ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਗਿਆਨਾਤਮਕ ਉਪਦੇਸ਼ ਬਖਸ਼ਿਸ਼ ਕਰਦੇ ਆ ਸਤਿਗੁਰੂ ਪਾਤਸ਼ਾਹ ਜੀਆਂ ਨੇ ਅੱਜ ਦੇ ਇਸ ਸ਼੍ਰੀ ਮੁਖਵਾਕ ਦੀ ਅੱਜ ਦੇ ਪਾਵਨ ਸ਼ਬਦ ਦੀ ਸਮਾਪਤੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ। ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਉਹਨਾਂ ਦਾ ਧੰਨਵਾਦ ਹੈ। ਸਮੂਹ ਪ੍ਰਬੰਧਕ ਕਮੇਟੀ ਦਾ, ਸੇਵਾਦਾਰਾਂ ਦਾ, ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਅਦਭੁਤ ਸਤਿਕਾਰ ਨਾਲ ਗੁਰੂ ਬਚਨਾਂ ਨੂੰ ਸਰਵਣ ਕੀਤਾ, ਸਾਰਿਆਂ ਦਾ ਧੰਨਵਾਦ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਦਾ ਬਚਨ ਹਿਰਦੇ ਵਸੇ। ਅੰਮ੍ਰਿਤ ਛਕੋ, ਸਿੰਘ ਸਜੋ, ਬਾਣੀ ਬਾਣੇ ਦੇ ਧਾਰਨੀ ਹੋਵੋ। ਇਹ ਬੇਨਤੀ ਹੈ, ਸਤਿਗੁਰੂ ਜੀ ਕਿਰਪਾ ਕਰਨ। ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਹੋਈਆਂ ਭੁੱਲਾਂ ਦੀ ਸਾਧ ਸੰਗਤ ਜੀ ਖਿਮਾ ਦੇਣੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਆਪੇ ਸੱਚਾ ਹੈ ਸੁਖ ਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿ ਕ੍ਰਿਸ਼ਨ ਪਿਆਰੇ, ਸ੍ਰੀ ਹਰਿ ਕ੍ਰਿਸ਼ਨ ਪਿਆਰੇ। ਜਿਸ ਡੀਠੇ ਸਭ ਦੁਖ ਜਾਏ, ਸ੍ਰੀ ਹਰਿ ਕ੍ਰਿਸ਼ਨ ਪਿਆਰੇ। ਜਿਸ ਡੀਠੇ ਸਭ ਦੁਖ ਜਾਏ, ਸ੍ਰੀ ਹਰਿ ਕ੍ਰਿਸ਼ਨ